अच्छा, शुरू करां dal capitolo 20 e तकरीबन ਅਸੀਂ patente ਦੇ ਐਂਡ ਵਾਲੇ ਹਿੱਸੇ ਤੇ ਪਹੁੰਚ ਚੁੱਕੇ ਹਾਂ, ਜਿਹਦੇ 'ਚ ਕੀ ਦੇਖਾਂਗੇ patenti di guida, ਯਾਨੀ ਉਹਦੇ ਸਾਰੇ ਲਾਇਸੈਂਸ ਜਿਹੜੇ ਗੱਡੀਆਂ ਚਲਾਉਣ ਵਾਸਤੇ ਹੁੰਦੇ ਨੇ, ਕਈ ਕਿਸਮਾਂ ਦੇ ਹੁੰਦੇ ਨੇ ਨਾ। Sistema sanzionatorio, ਇਹਦੇ 'ਚ ਅਲਫਾਜ਼ ਆਇਆ ਹੈ ਸਿਸਟਮ sanzionatorio, sanzione, sanzione ਆਂਦੇ ਨੇ ਮੁਲਤੇ ਨੂੰ, ਯਾਨੀ ਜੁਰਮਾਨੇ ਨੂੰ। ਇਹ ਕਿਹੜਾ ਸਿਸਟਮ ਇਟਲੀ 'ਚ ਜਿਹਦੇ ਉਹਦੇ ਤਹਿਤ ਤੁਹਾਨੂੰ ਜੁਰਮਾਨਾ ਦਿਆ ਜਾਂਦਾ ਹੈ, ਉਹ ਕਿਹੜਾ ਸਿਸਟਮ ਹੈ, ਉਹਦੇ ਬਾਰੇ ਅੱਜ ਪੜ੍ਹਾਂਗੇ। ਫਿਰ ਪੜ੍ਹਾਂਗੇ documenti di circolazione, ਯਾਨੀ ਉਹਲੇ ਡਾਕੂਮੈਂਟਸ ਜਿਹੜੇ ਚਾਹੀਦੇ ਨੇ ਕਾਹਦੇ ਵਾਸਤੇ, circolazione, ਚੱਲਣੇ ਵਾਸਤੇ ਸੜਕ ਤੇ, ਗੱਡੀ ਚਲਾਉਣ ਵਾਸਤੇ। ਫਿਰ ਐਂਡ ਤੇ uso di lenti, वही इस्तेमाल lenti या लेंस यानी altri apparecchi, और ਜਿਹੜੇ ਮਜ਼ੀਦ ਕੋਈ apparecchio ਹੁੰਦੇ ਨੇ ਜਿਹੜੇ ਚਾਹੀਦੀ ਹੈ ਤੁਹਾਨੂੰ ਗੱਡੀ ਚਲਾਉਣ ਵਾਸਤੇ, ਠੀਕ ਹੈ। ਅੱਛਾ, ਸਾਰਿਆਂ ਨਾਲੋਂ ਪਹਿਲਾਂ ਇਹ ਵੇਖਦੇ ਹਾਂ, ਜਦੋਂ ਵੀ ਤੁਸੀਂ ਇੱਕ ਗੱਡੀ ਚਲਾਉਂਦੇ ਹੋ, ਬਈ ਅਧਿਆ un autoveicolo, ਇੱਕ ਗੱਡੀ ਤੇ poter circolare, ਵੀ ਉਹਨੇ ਚੱਲਣੇ ਵਾਸਤੇ deve avere, ਉਹਦੇ ਕੋਲ ਇਹ ਜਿਹੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ। ਬਈ ਜਿਹੜਾ ਸਹੀ ਅਲਫਾਜ਼ ਹੈ ਹੋਵੇ documenti, documents e dispositivi, यानी ਉਹਦੀਆਂ ਸਾਰੀਆਂ ਛੋਟੀਆਂ ਵੱਡੀਆਂ ਚੀਜ਼ਾਂ ਜਿਹੜੀਆਂ ਬੰਦਾ ਇੱਧਰ ਉੱਧਰ ਚੁੱਕ ਸਕਦਾ, ਜਿਹਦੇ ਇਹ segnale mobile ਹੁੰਦਾ, di cui in autoveicolo, ਇੱਕ ਗੱਡੀ ਨੂੰ ਲਾਜ਼ਮੀ deve, यानी ਲਾਜ਼ਮੀ essere munito, ਉਹਦੇ ਪਾਸ ਹੋਣਾ ਚਾਹੀਦਾ। essere munito ਬਈ ਕੋਲ ਹੋਣਾ ਚਾਹੀਦਾ ਉਹਦੇ ਕੋਲ, ਲਾਜ਼ਮੀ ਉਹਦੇ ਕੋਲ ਕੀ ਹੋਣਾ ਚਾਹੀਦਾ ਹੈ, ਇਹ ਜਿਹੀਆਂ ਡਾਕੂਮੈਂਟ ਕਾਹਦੇ ਵਾਸਤੇ, per poter circolare, यानी चलने वास्ते। सारे नालों पहला copertura assicurativa, ਇਹ ਅਲਫਾਜ਼ ਇੰਝ ਤੁਸੀਂ ਸਿੱਖਣੇ ਨੇ। ਅਸੀਂ ਇਹਨੂੰ ਆਨੇ ਇੰਸ਼ੋਰੈਂਸ, ਲੇਕਿਨ ਇਹਦਾ ਸਹੀ ਨਾਮ ਹੈ copertura assicurativa, यानी ਇੰਸ਼ੋਰੈਂਸ ਦੀ ਕਵਰ ਕਰਨਾ, ਤੁਹਾਨੂੰ ਕਿਹੜੀ ਗੱਡੀ ਨੂੰ ਕਿਹੜੇ ਐਕਸੀਡੈਂਟ, ਕਿਹੜੇ ਨੁਕਸਾਨ ਤੁਹਾਨੂੰ ਤੁਹਾਡੀ ਇੰਸ਼ੋਰੈਂਸ ਕਵਰ ਕਰੇਗੀ, ਤਾਂ ਇਹਦਾ ਨਾਮ ਹੈ copertura assicurativa। ਤੇ ਪਹਿਲਾਂ, ਹੁਣ ਤੇ ਨਹੀਂ, ਤਕਰੀਬਨ ਸਾਲ ਹੋ ਗਏ ਨੇ, ਪਹਿਲਾਂ ਲਾਈ ਸੀ ਨੂੰ ਆਂਦੇ ਹਨ tagliando, ਇਹ ਤੁਹਾਨੂੰ ਲਾਜ਼ਮੀ ਗੱਡੀ ਤੇ ਸਾਹਮਣੇ ਵਾਲੇ ਸ਼ੀਸ਼ੇ ਤੇ ਨਾ ਲਾਣੀ ਪੈਂਦੀ ਸੀ। ਹੁਣ ਇਹਦਾ ਕੋਈ ਜ਼ਰੂਰਤ ਨਹੀਂ, ਹੁਣ ਸਿਰਫ ਤੁਹਾਡੇ ਕੋਲ ਇੱਕ ਡਾਕੂਮੈਂਟ ਹੋਣਾ ਚਾਹੀਦਾ ਗੱਡੀ ਜਿਹਦੇ ਉੱਤੇ ਲਿਖਿਆ ਹੋਵੇ ਕਿਹੜੀ ਕੰਪਨੀ ਤੁਹਾਡੀ ਹੋਵੇ, ਜਿਹਦੇ ਨਾਲ assicurato ਹੋ, ਤੇ ਮਸਲਨ ਕਿਹੜੀ ਚੀਜ਼, ਉਹਦੇ ਡਾਕੂਮੈਂਟ ਉਹਦੇ ਬਾਰੇ ਹੋਣੇ ਚਾਹੀਦੇ ਨੇ ਤੁਹਾਡੇ। carta di circolazione, carta di circolazione ਕਹਿੰਦੇ ਨੇ ਉਹਲਾ carta, ਉਹਦਾ ਕਾਗਜ਼ ਦੀ circolazione, ਚੱਲਣੇ ਵਾਸਤੇ। ਇੰਝ ਦੇ ਰੰਗ ਦਾ ਹੁੰਦਾ ਹੈ, ਬਿਲਕੁਲ ਇੰਝ ਦਾ ਹੁੰਦਾ ਹੈ, ਉਹਦਾ ਇੱਕ ਹਿੱਸਾ ਹੈ ਜਿਹਦੇ ਵਿੱਚ ਇਹ ਲਿਖਿਆ ਹੁੰਦਾ ਤੁਹਾਡੀ ਗੱਡੀ ਕਿੰਝ ਦੀ ਹੈ, ਉਹਦੇ ਕਿੰਨੇ ਦਰਵਾਜ਼ੇ ਨੇ, ਉਹ ਕਿਹਦੇ ਤੇ ਚੱਲਦੀ ਹੈ, ਡੀਜ਼ਲ ਤੇ, ਬੈਂਜ਼ੀਨਾਂ ਤੇ, ਕਿੰਨੀਆਂ ਸੀਟਾਂ ਨੇ, ਕਿੰਨੇ ਮੋਟਰ ਕਿੰਨੀ ਵੱਡੀ ਹੈ, ਵਜ਼ਨ ਕਿੰਨਾ ਚੁੱਕ ਸਕਦੀ ਹੈ ਤੁਹਾਡੀ ਗੱਡੀ, ਟਾਇਰ ਕਿਹੜੇ ਨੇ, ਗੈਸ ਤੇ impianto gas ਹੈ ਸੂ ਜਾਂ ਨਹੀਂ, ਇਹ ਜਿਹੀਆਂ ਸਾਰੀਆਂ ਚੀਜ਼ਾਂ, ਯਾਨੀ ਗੱਡੀ ਦਾ ਕਾਗਜ਼, ਗੱਡੀ ਦਾ ਡਾਕੂਮੈਂਟ। ਫਿਰ ਲਾਜ਼ਮੀ ਇਹ ਵੀ ਹੋਣਾ ਚਾਹੀਦਾ, ਪਿੱਛੇ ਟਿੱਕੇ ਚ ਪਿਆ ਹੁੰਦਾ, ਇਹਨੂੰ ਆਂਦੇ ਨੇ segnale mobile di pericolo, ਯਾਨੀ ਖਤਰੇ ਦਾ ਉਹਲਾ ਸਿਗਨਲ ਮੋਬਿਲੇ ਜਿਹੜਾ ਮੋਬਿਲੇ ਆਂਦੇ ਨੇ ਉਹਦੀ ਚੀਜ਼ ਨੂੰ ਜਿਹੜੀ ਹਿਲਾਈ ਜਾ ਸਕੇ, ਯਾਨੀ ਇੱਧਰ ਉੱਧਰ ਕੀਤੀ ਜਾ ਸਕੇ। immobile ਜਿਹੜੀ ਹਿਲਾਈ ਨਾ ਜਾ ਸਕੇ, ਮੋਬਿਲੇ ਜਿਹੜੀ ਇੱਧਰ ਉੱਧਰ ਕਰ ਸਕਦੀ। ਫਿਰ ਐਂਡ ਤੇ ਤਾਰਗਾ ਇਡੈਂਟੀਫਿਕੇਟਿਵਾ, ਯਾਨੀ ਨੰਬਰ ਪਲੇਟ। ਇਡੈਂਟੀਫਿਕੇਟਿਵਾ ਇਹਦੇ ਚ ਆਂਦਾ ਅਲਫਾਜ਼ identifica, यानी ਜਿਹੜੀ ਸ਼ਨਾਖਤ ਕਰਦੀ ਹੈ, ਤਾਰਗਾ ਨੰਬਰ ਪਲੇਟ। ਇਹ ਜਿਹੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਹੋਈਆਂ ਨੇ, ਇਹ ਲਾਜ਼ਮੀ ਗੱਡੀ ਕੋਲ ਹੋਣ, ਯਾਨੀ deve essere munito, ਇਹਦਾ ਹੋਣਾ ਚਾਹੀਦਾ per poter circolare, ਗੱਡੀ ਚਲਾਉਣ ਵਾਸਤੇ ਇਹਨੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ। ਜਿਹੜਾ ਤੋਂ ਇੱਕ ਚੀਜ਼ ਵੀ ਰਹਿ ਜਾਏ ਨਾ, ਇੱਕ ਚੀਜ਼ ਤੇ ਮੁਲਤਾ ਵੀ ਹੋ ਸਕਦਾ, ਤੇ ਹੋ ਸਕਦਾ ਤੁਹਾਡੇ ਕੋਲੋਂ ਪਤੈਂਤੇ ਵੀ ਖੋਲ ਲੈਣ। ਅੱਛਾ, ਇਹਦਾ ਜਿਹੜਾ ਨਾਮ ਹੈ ਨਾ ਐਲਾ, ਇਹਨੂੰ ਕੀ ਕਹਿੰਦੇ ਨੇ, ਤਰੀਆਂ, ਠੀਕ ਹੈ, ਜ਼ਿਆਦਾਤਰ ਇਹਨੂੰ ਇਹ ਕਹਿੰਦੇ ਨੇ segnale mobile di pericolo, ਲੇਕਿਨ ਕਿਉਂਕਿ ਇਹਦਾ ਫੋਰਮਾ, ਇਹਦਾ ਨਕਸ਼ਾ ਇੰਝ ਦਾ, ਇਹਨੂੰ ਕਹਿ ਸਕਦੇ triangolo। ਅੱਛਾ, ਇਹ ਮਨਾ ਹੈ, ਇਹ vietato, ਬਿਲਕੁਲ ਮਨਾ ਹੈ, ਇਹ vietato, ਠਹਿਰੋ ਜ਼ਰਾ,
खराब हो गया, è vietato utilizzare, इस्तेमाल करना un autoveicolo, एक ऐसी गड्डी ਨੂੰ sulle strade pubbliche, ਇਹ अल्फाज याद रखना, पब्लिक सड़कां ते quando l'autoveicolo non è immatricolato, ਜਦੋਂ ਜਿਹੜੀ ਗੱਡੀ ਹੈ non è immatricolato, ਅਲਫਾਜ਼ ਸਿੱਖਣੇ ਵਾਲਾ ਕਿਹੜਾ ਹੈ? immatricolato। immatricolato ਉਦੋਂ ਹੁੰਦੀ ਹੈ ਕਿ ਗੱਡੀ ਜਦੋਂ ਉਹਨੂੰ ਨੰਬਰ ਪਲੇਟ ਮਿਲ ਜਾਏ, ਯਾਨੀ ਬਗੈਰ ਨੰਬਰ ਪਲੇਟ ਤੋਂ ਤੁਸੀਂ ਗੱਡੀ ਨਹੀਂ ਚਲਾ ਸਕਦੇ, ਉਹ ਤੇ ਪਤਾ ਲੱਗ ਗਿਆ। ਲੇਕਿਨ ਜਦੋਂ ਇੱਕ ਨਵੀਂ ਗੱਡੀ ਆਉਂਦੀ ਹੈ ਮਾਰਕੀਟ 'ਚ, ਉਹਨੂੰ ਪਹਿਲਾਂ ਸਾਰਿਆਂ ਨੂੰ immatricolato ਕਰਨਾ ਚਾਹੀਦਾ, ਯਾਨੀ ਉਹਨੂੰ ਇੱਕ ਨੰਬਰ ਪਲੇਟ, ਉਹਦਾ ਕਾਗਜ਼ ਬਣਵਾਉਣੇ ਚਾਹੀਦੇ, ਨੰਬਰ ਪਲੇਟ ਲਗਵਾਉਣੀ ਚਾਹੀਦੀ, ਇਹਨੂੰ ਕਹਿੰਦੇ ਨੇ immatricolato। E quando or जब non si possiede, ਤੁਹਾਡੇ ਕੋਲ ਨਹੀਂ ਹੈ, non si possiede la patente di guida, ਤੁਹਾਨੂੰ ਕੋਲ ਉਹ patente di guida ਕਿਹੜਾ necessaria, ਜਿਹੜਾ ਚਾਹੀਏ per quel tipo di veicolo, ਉਹ ਦੀ ਗੱਡੀ ਟਾਈਪ ਵਾਸਤੇ, ਠੀਕ ਹੈ। ਦੋ ਚੀਜ਼ਾਂ, ਯਾਨੀ ਇਹਦਾ ਤੇ ਸਮਝ ਆ ਗਿਆ ਇੰਸ਼ੋਰੈਂਸ, ਇਹਦਾ ਵੀ ਸਮਝ ਆ ਗਿਆ carta di circolazione, segnale mobile ਤੇ ਤਾਰਗਾ। ਲੇਕਿਨ ਜਦੋਂ ਤੁਹਾਡੀ ਗੱਡੀ immatricolato ਹੁੰਦੀ, ਇੱਥੇ ਇੱਕ ਚੀਜ਼ ਰਹਿੰਦੀ ਹੈ, ਇਹਦੀਆਂ ਸਾਰੀਆਂ ਚੀਜ਼ਾਂ ਹੋਣ ਠੀਕ ਹੈ, ਇੱਕ ਚੀਜ਼ ਰਹਿੰਦੀ ਹੈ ਜਿਹਦਾ ਨਾਮ ਹੈ patente, ਜਿਹੜੀ ਵਾਸਤੇ ਤੁਸੀਂ ਇੰਨੀ ਮਿਹਨਤ ਕਰ ਰਹੇ ਹੋ ਲੈਣੇ ਵਾਸਤੇ patente, ਯਾਨੀ ਇਹਦੀਆਂ ਚੀਜ਼ਾਂ ਗੱਡੀ ਦੀਆਂ ਹੋਣੀਆਂ ਚਾਹੀਦੀਆਂ, ਹਰ ਜਿਹੜੀ ਤੁਸੀਂ ਚਲਾਉਂਦੇ ਹੋ ਨਹੀਂ ਚਲਾਉਂਦੇ। ਫਿਰ ਆ ਗਈ patente, patente ਕਿਹੜਾ ਹੋਣਾ ਚਾਹੀਦਾ? ਉਹ ਵਾਲੀ ਗੱਡੀ ਵਾਸਤੇ, ਯਾਨੀ ਤੁਸੀਂ ਬੱਸ ਚਲਾਉਂਦੇ ਹੋ ਉਹਦੇ ਵਾਸਤੇ ਹੋਣਾ patente, ਗੱਡੀ ਹੈ ਛੋਟੀ ਚਲਾਉਂਦੇ ਹੋ ਇਹਦੇ ਵਾਸਤੇ ਤੁਸੀਂ ਕਿਹੜਾ ਕਰ ਰਹੇ ਹੋ? patente B। patente B ਨਾਲ ਉਹਦੀਆਂ ਗੱਡੀਆਂ ਚਲਾ ਸਕਦੇ ਜਿਨ੍ਹਾਂ ਦਾ ਵਜ਼ਨ 3.5 ਟਨ ਤੋਂ ਜ਼ਿਆਦਾ ਨਹੀਂ। ਹੋਰ ਮਜ਼ੀਦ ਇਹਨਾਂ ਜਿਹੜੇ ਤਾਰਗੇ ਹੁੰਦੇ ਨੇ ਨਾ ਵਹੀਕਲ ਦੇ, ਯਾਨੀ ਉਹਨਾਂ ਦੀਆਂ ਨੰਬਰ ਪਲੇਟਾਂ, ਇਹਨਾਂ ਨੂੰ ਕੀ ਹੋਣਾ ਚਾਹੀਦਾ? ਕਿੰਝ ਦੀ ਹੋਣੀ ਚਾਹੀਦੀ? ਕੀ ਇਹਨਾਂ ਦਾ ਮਸਲਾ ਹੋ ਸਕਦਾ ਹੈ? ਇਹ ਲਾਜ਼ਮੀ ਹੈ, non deve essere piegata, ਭਾਈ ਇਹ ਤੁਸੀਂ ਇਹਨੂੰ ਇਹ ਵੇ ਨਾ ਨੰਬਰ ਪਲੇਟ, ਇਹਨੂੰ ਮੜੋੜ ਨਹੀਂ ਸਕਦੇ, ਯਾਨੀ ਇੱਥੋਂ ਕੱਟ ਕੇ ਦਰਾ ਕੇ ਨੂੰ ਸਹੀ ਕਰਕੇ ਜਾਂ ਡਿੰਗਾ ਲਾਓ ਜਾਂ ਇਹਦੀਆਂ ਸਾਰੀਆਂ ਚੀਜ਼ਾਂ ਨਹੀਂ ਕਰ ਸਕਦੇ। ਇਹ ਗਾਤਾ ਆਉਂਦੇ ਨੇ ਕਿਸੇ ਚੀਜ਼ ਨੂੰ ਮੋੜਨਾ। ਮਾਨੋ ਮੇਸਾ ਯਾਨੀ ਉਹਨੂੰ ਹੱਥ ਨਾਲ ਮਾਨੋ ਆਂਦੇ ਨੇ ਹੱਥ ਨੂੰ ਮੇਸਾ, ਯਾਨੀ ਮਾਨੋ ਮੇਸਾ ਜਿਵੇਂ ਪਹਿਲਾਂ ਕਿਹਾ ਤਾਂ ਉਹਨੂੰ ਤੁਸੀਂ ਖੋਲ ਨਹੀਂ ਸਕਦੇ, ਉਦੋਂ ਰੰਗ ਨਹੀਂ ਕਰ ਸਕਦੇ, ਉਹਦੇ ਉੱਤੇ ਲਿਖ ਨਹੀਂ ਸਕਦੇ। ਤੇ ਐਂਡ ਤੇ ਕੁੰਤਰਾਫਾਤਾ ਆਂਦੇ ਨੇ ਨਕਲੀ ਨੂੰ, ਯਾਨੀ ਉਹ ਨਕਲੀ ਵੀ ਨਹੀਂ ਹੋਣੀ ਚਾਹੀਦੀ। ਇਹਦੀਆਂ ਤਿੰਨ ਚੀਜ਼ਾਂ ਦੇ ਅਲਫਾਜ਼ ਬਿਲਕੁਲ ਅੱਛਾ। ਐਂਡ ਜੀ ਨਾ ਤੁਹਾਨੂੰ ਕੋਈ ਸਟੈਂਡ ਸਵਾਲ ਆਉਣਾ, la targa può essere piegata, falso, बिल्कुल नहीं piegata हो सकती। può essere manomessa, हो सकता है manomessa, falso, बिल्कुल नहीं हो सकता। o contraffatta, नहीं वो भी नहीं हो सकता। एक और चीज deve essere, लाजमी है होना, apposta लगा होना, saldamente, मजबूती नाल, ये भी अल्फाज कई बार आ गया, saldamente, सौ यानी सही, in posizione corretta, और जिकन पहला कह रहे हैं पोजीशन corretta, वह सही पोजीशन च होना चाहिए। तो sempre ben leggibile, हमेशा साफ साफ वो पढ़िया जा सके। ते sporca होवे ना यानी गंदा होवे, ते dovete subito correre ai ripari, यानी subito ਉਹਨੂੰ ऐसी चीज करो, भागो दौड़ो भाई ਉਹਨੂੰ ਤੁਸੀਂ ਠੀਕ ਕਰ ਸਕੋ, ਰਿਪੇਅਰ ਕਰ ਸਕੋ। ਇਹ ਤੁਸੀਂ ਹੋ ਸਕਦਾ ਕਈ ਗੱਡੀਆਂ ਦੇ ਪਿੱਛੇ ਵੇਖਿਆ ਹੋਵੇ, ਇਹਨੂੰ ਆਂਦੇ ਨੇ ਲਿਟਰਾ ਪੀ। ਸਿਰਫ ਸਮਝਾने ਵਾਸਤੇ भाई ਇਹਦਾ ਕੀ ਮਤਲਬ ਹੈ? ਇਹਦਾ ਇਹ ਮਤਲਬ ਹੈ ਇੱਕ, ਅੱਛਾ ਜ਼ਿਆਦਾਤਰ ਤੇ ਬੰਦੇ ਇੱਕ ਆਪਣਾ ਘਰ ਪ੍ਰਿੰਟ ਕਰਕੇ ਪੀ ਲਾ ਦਿੰਦੇ ਨੇ, ਜਿਹੜੀ ਲੇਕਿਨ ਅਸਲੀ ਹੈ ਨਾ ਤਾਂ ਨਾ ਭਾਈ ਇਹ ਤੁਹਾਨੂੰ ਜਦੋਂ ਤੁਸੀਂ ਗੁਈਦੇ ਕਰੋਗੇ ਸਕੋਲਾ ਗੁਈਦਾ ਦੇ ਸਕਦਾ। ਇਹਨਾਂ ਨੂੰ ਆਂਦੇ ਨੇ pannelli retroriflettenti recanti la lettera P, यानी कैसी पन्नेलो कैसी प्लेट छोटी जी रेट्रो रिफ्लेक्टेंट ਜਿਹਦੇ ਉੱਤੇ ਲਾਈਟ ਪੜੇ ਤੇ ਉਹ ਵਾਪਸ ਆਏ, ਤੁਹਾਨੂੰ ਬਾਈ ਸ਼ਾਮ ਨੂੰ ਹੀ ਨਜ਼ਰ ਆਉਣਾ ਚਾਹੀਦਾ। ਰੇਕਾਂਤੀ ਜਿਹਦੇ ਉੱਤੇ ਰੇਕਾਂਤੇ ਬਾਈ ਉਹਦੇ ਉੱਤੇ ਆਉਂਦਾ ਕੀ ਲਾ ਲੈਟਰ ਪੀ, ਇਹ ਦੇਖ ਸਕਦੇ ਹੋ ਲੈਟਰ ਪੀ। ਪੀ ਦਾ ਕੀ ਮਤਲਬ ਹੈ? ਇਹ ਸਿੱਖਣੇ ਵਾਲਾ ਹੈ ਪ੍ਰਿੰਸੀਪੀਆਂਤੇ, ਬਾਈ ਜਿਹਨੇ ਉਹਦੇ ਸ਼ੁਰੂ ਕੋਈ ਕੰਮ ਕੀਤਾ ਹੈ ਨਾ ਉਹਨੂੰ ਕਹਿੰਦੇ ਨੇ ਪ੍ਰਿੰਸੀਪੀਆਂਤੇ, ਔਰ ਇਹਦਾ ਇਹ ਨਹੀਂ ਮਤਲਬ ਪੇਰੀਕੋਲੋ,
ਇਹਦਾ ਮਤਲਬ ਪ੍ਰਿੰਸੀਪਿਆਂ ਤੇ। ਇਹ ਕਦੋਂ ਤੁਹਾਨੂੰ ਇਸਤੇਮਾਲ ਹੋਣਾ, ਕਦੋਂ ਤੁਹਾਨੂੰ ਲਾਣਾ ਚਾਹੀਦਾ? ਇਹ ਜਦੋਂ ਤੁਸੀਂ ਗੁਇਦਾ ਕਰਦੇ ਹੋ ਤੇ ਦੂਸਰਿਆਂ ਨੂੰ avvertire ਇਤਲਾਹ ਦਿੰਦੇ ਹੋ ਦੂਸਰਿਆਂ ਨੂੰ agli altri utenti della strada, ਵੀ ਸੜਕ ਦੇ ਦੂਸਰੇ ਜਿਹੜੇ ਇਸਤੇਮਾਲ ਕਰਦੇ ਨੇ ਸੜਕ ਨੂੰ ਬੰਦੇ, della vostra presenza, ਵੀ ਤੁਹਾਡੀ ਮੌਜੂਦਗੀ। ਤੇ ਜਦੋਂ ਤੁਸੀਂ ਨया patente ਲਵੋਗੇ ਇਹ ਜਾਂ ਤੁਸੀਂ ਕੋਈ ਐਸੇ ਬੰਦੇ ਨਾਲ, ਕੋਈ ਤੁਹਾਡਾ ਰਿਸ਼ਤੇਦਾਰ ਜਾਂ ਕੋਈ ਦੋਸਤ ਜਿਹੜਾ ਤੁਹਾਨੂੰ patente ਦੇ ਗੁਇਦੇ ਕਰਾ ਰਿਹਾ, ਲੇਕਿਨ ਉਹਦੇ ਕੋਲ 10 ਸਾਲ ਦਾ patente ਤੁਹਾਡੇ ਕੋਲ ਅਜੇ ਨਹੀਂ ਹੈ, ਤੁਸੀਂ foglio roseo ਤੁਹਾਡੇ ਕੋਲ ਸਿਰਫ ਤੁਸੀਂ ਇੱਕ ਪਿੱਛੇ ਪੀ ਲਾਣਾ, ਇੱਕ ਸਾਹਮਣੇ, ਇੱਥੇ ਖੈਰ ਨਜ਼ਰ ਨਹੀਂ ਆ ਰਿਹਾ ਲੇਕਿਨ ਇੱਕ ਛੋਟਾ ਜਿਹਾ ਪੀ ਸਾਹਮਣੇ ਵੀ ਲਾਈਦਾ, ਦੋ ਹੋਣੇ ਚਾਹੀਦੇ ਨੇ, ਇਕੱਲਾ ਨਹੀਂ ਸਿਰਫ। ਠੀਕ ਹੈ, ਹੁਣ ਵੇਖਦੇ ਆ ਕੈਟੇਗੋਰੀਏ ਦੀ patente। ਤੁਸੀਂ ਕੋਈ ਵੀ patente ਨਾ ਪਾਉਣਾ, ਤੁਹਾਡੇ ਪਿੱਛੇ ਪਹਿਲੀ ਫੋਟੋ ਲੱਗੀ ਹੋਣੀ ਹੈ patente ਦੇ ਪਿੱਛੇ, ਤੇ ਇਹ ਲਾਜ਼ਮੀ ਹੈ ਸਿੱਖਣਾ ਬਈ ਹਰ patente ਨਾਲ ਤੁਸੀਂ ਕਿਹੜੀ ਗੱਡੀ ਚਲਾ ਸਕਦੇ ਹੋ। ਇੱਥੇ ਜਲਦੀ ਦੇਖਦੇ ਆ, ਇਹ ਕਿੰਝ ਹੁੰਦਾ ਬਈ ABCDE ਐਂਡ ਤੇ ਇਹ ਵੀ ਹੈ, ਯਾਨੀ ਇੱਥੇ ਜਿਹੜੀ ਛੋਟੀ ਤੋਂ ਲੈ ਕੇ ਵੱਡੀ ਗੱਡੀ ਤੱਕ ਹੁੰਦੇ ਨੇ, ਉਹ ਲੈਟਰ ਇਸਤੇਮਾਲ ਕਰਕੇ ਉਹਨਾਂ ਨੇ ਉਹ ਟਾਈਪ ਬਤਾਈਏ ਕਿਹੜੀ patente ਨਾਲ ਤੁਸੀਂ ਕਿਹੜੀ ਗੱਡੀ ਚਲਾ ਸਕਦੇ ਹੋ। ਗੱਡੀਆਂ ਵੀ ਵੱਡੀਆਂ ਹੋ ਰਹੀਆਂ ਨੇ, ਲੈਟਰ ਵੀ ਵੱਧ ਰਹੇ, ਲੇਕਿਨ ਮਜ਼ੀਦ ਆਸਾਨੀ ਕਰਨੇ ਵਾਸਤੇ ਉਹਨਾਂ ए ਦੇ ਅੱਗੇ M ਪਾਇਆ, ਯਾਨੀ M ਕਿਹੜਾ ਛੋਟਾ, M ਦਾ ਮਤਲਬ ਮੋਟੋਚਿਕਲੀ, ਖੈਰ ਮੋਟੋਚਿਕਲੀ ਤਾਂ ਨਹੀਂ, ਲੇਕਿਨ ਬਈ ਤੁਹਾਨੂੰ ਯਾਦ ਆ ਜਾਏ ਮੋਟਰਸਾਈਕਲ। ਠੀਕ ਹੈ, ਇਨਫੈਕਟ ਤੁਸੀਂ ਦੇਖ ਸਕਦੇ ਹੋ ਵੀ ਜਿਹੜਾ ਆ ਐਮ ਹੈ patente, ਉਹ ਸਾਰਿਆਂ ਨਾਲੋਂ ਛੋਟੀ ਕੈਟੇਗਰੀ ਹੈ, ਯਾਨੀ ਉਹਦੇ ਨਾਲ ਸਾਰਿਆਂ ਨਾਲ ਉਹ ਚਿਕਲੋ ਮੋਟੋਰੀ ਚਲਾ ਸਕਦੇ ਹੋ ਜਿਹੜੀ 45 ਸਪੀਡ ਤੱਕ ਜਾਵੇ ਤੇ ਕਿੰਨੀ ਸੀਸੀ, 50 ਸੀਸੀ। ਫਿਰ ਆ uno ਆ due ਆ, ਸਾਰਿਆਂ ਨਾਲੋਂ ਬਈ ਪਹਿਲਾ ਜਿਹੜਾ ਗਰੁੱਪ ਹੈ ਉਹ ਮੋਟਰਸਾਈਕਲਾਂ ਦਾ ਹੀ ਹੈ, ਸਮਝ ਲਓ। ਉਹਦੇ ਤੋਂ ਬਾਅਦ ਆਉਂਦਾ ਹੈ patente B। B uno ਤਾਂ ਕਿਸੇ ਕੋਲ ਹੀ ਹੋਣਾ, ਕੋਈ ਇਟਲੀ ਚ ਇੱਕ ਦੋ ਹੀ ਬੰਦਾ ਕਰਦਾ ਹੋਣਾ, ਕਿਉਂਕਿ ਜੇ ਤੁਸੀਂ B uno ਪੜ੍ਹਨਾ ਬਿਹਤਰ ਹੈ B ਪੜ੍ਹ ਲਓ। ਇਹਦੇ ਨਾਲ ਤੁਸੀਂ ਕਿਹੜੀਆਂ ਗੱਡੀਆਂ ਚਲਾ ਸਕਦੇ ਹੋ ਇਹ ਤੁਸੀਂ ਸਿੱਖਣਾ। ਪਹਿਲਾਂ ਵੀ ਕਿਹਾ ਸੀ ਜਿਨ੍ਹਾਂ ਦਾ 3.5 ਟਨ ਤੱਕ ਵਜ਼ਨ। ਫਿਰ ਆ ਜਾਂਦੀਆਂ ਨੇ ਕੈਟੇਗੋਰੀਆ C, ਇਹਦੇ ਚ ਹੁੰਦਾ ਕਿ C uno ਤੇ C। ਖੈਰ ਅਸੀਂ ਇਹ ਪੜਾਂਦੇ ਵਿੱਚ C, ਯਾਨੀ ਜਿਹਦਾ ਵਜ਼ਨ ਉਹਲੇ ਕੈਨਨ, ਉਹਲੇ ਫੁਰਗੋਨੀ ਜਿਨ੍ਹਾਂ ਦਾ 3.5 ਟਨ ਤੋਂ ਜ਼ਿਆਦਾ ਵਜ਼ਨ। ਇਹ ਜ਼ਰੂਰੀ ਹੈ ਯਾਦ ਰੱਖਣਾ। D ਯਾਨੀ ਬੱਸਾਂ, ਕੋਈ ਕਿਸੇ ਨੂੰ ਟਰਾਂਸਪੋਰਟ ਕਰਨਾ ਹੋਵੇ। ਅੱਛਾ ਇੱਥੇ ਭੁੱਲ ਗਿਆ, ਗੱਡੀ ਤੁਹਾਡੀ ਦੀ ਕਿੰਨੀਆਂ ਮੈਕਸਿਮਮ B ਨਾਲ ਸੀਟਾਂ ਹੋਣੀਆਂ ਚਾਹੀਦੀਆਂ ਨੇ ਫਿਰ ਚਲਾ ਸਕਦੇ ਹੋ? 9 ਸੀਟਾਂ। ਜਦੋਂ 9 ਸੀਟਾਂ ਤੋਂ ਜ਼ਿਆਦਾ ਹੋ ਜਾਣ ਇੱਕ ਗੱਡੀ ਦੀਆਂ ਤੇ ਤੁਸੀਂ ਉਹਦੇ 'ਚ ਸਵਾਰੀਆਂ ਢੋਂਦੇ ਹੋ, ਉਹ ਤੁਹਾਨੂੰ ਲਾਜ਼ਮੀ ਹੈ ਤੁਹਾਡੇ ਵਾਸਤੇ D patente ਕਰਨੀ। ਫਿਰ ਇੱਕ ਧਿਆਨ ਨਾਲ ਹੈ ਵੀ BA ਹੁੰਦਾ ਜੇ, ਇਹਦਾ ਇਹ ਮਤਲਬ ਹੈ ਵੀ ਤੁਸੀਂ B patente ਤੁਸੀਂ ਕਾਰ ਹੀ ਤੇ ਚਲਾਉਂਦੇ ਹੋ, ਲੇਕਿਨ ਉਹਦੇ ਨਾਲ ਇੱਕ ਛੋਟੀ ਜਿਹੀ carrello ਖਿੱਚ ਸਕਦੇ ਹੋ। ਇਹ ਚੀਜ਼ ਵੀ ਇਹ ਹਿਸਾਬ ਹੈ, ਯਾਨੀ ਤੁਸੀਂ ਇਹ ਚੀਜ਼ ਕਰ ਲੈਣਾ, ਫਿਰ ਤੁਹਾਡੇ ਮਜ਼ੀਦ ਇਹ patente ਕਰਨਾ ਹੈ, ਉਹਦੇ patente ਨਾਲ ਤੁਸੀਂ ਇੱਕ ਟਰਾਲੀ ਖਿੱਚ ਸਕੋਗੇ। ਠੀਕ ਹੈ, ਐਂਡ ਤੇ ਆ ਗਿਆ A। ਇੱਥੇ ਵੇਖਦੇ ਹੋ ਸਾਰੇ A। ਇਹਦਾ ਮਤਲਬ ਹੈ ਰਿਮੋਰਕਿਓ। ਤੁਸੀਂ ਫਿਲਹਾਲ ਇਹ ਯਾਦ ਕਰ ਲਓ, ਮੋਟਰਸਾਈਕਲ, ਗੱਡੀਆਂ, ਫੁਰਗੋਨੀ, ਬੱਸਾਂ, ਆ B C D। ਇਹ ਦੂਸਰੇ ਹੀ ਨੇ ਬਈ, ਸਪੈਸ਼ਲ B ਵੀ ਕੀਤੇ ਨਾਲ A ਵੀ ਕਰ ਲਿਆ, C ਕੀਤਾ ਨਾਲ A ਵੀ ਕਰ ਲਿਆ, D ਕੀਤਾ ਨਾਲ A ਵੀ ਕਰ। ਅੱਛਾ ਇੱਕ ਖਾਸ ਕੁਐਸਚਨ ਆਉਂਦਾ, ਕੁਇਜ਼ ਆਉਂਦਾ, B con codice 96, ਯਾਨੀ B ਵਾਲਾ patente ਕੋਡ 96। ਇਹ ਬਾਅਦ ਚ ਪੜਾਂਗੇ, ਇਹਦੇ ਨਾਲ ਤੁਸੀਂ ਖਿੱਚ ਸਕਦੇ ਇੱਕ carrello ਕਿਹੜਾ ਜਿਹਦੇ ਚ ਤੁਸੀਂ ਰਿਹਾਇਸ਼ ਰੱਖ ਸਕਦੇ ਹੋ, ਯਾਨੀ ਕਾਰਵਾਨ। ਹਾਂ ਇੱਕ ਹੋਰ ਚੀਜ਼ ਪਹਿਲੇ ਕਿ ਅੱਗੇ ਜਾਈਏ, ਇੱਥੇ ਕਿ ਨਾ ਇਹ ਜਿਹੜੀਆਂ ਇੱਥੇ ਜਗ੍ਹਾ ਨੇ ਪੁਰਜ਼ੇ, ਇੱਥੇ ਵਾਲਾ ਕੀ ਲਿਖਿਆ ਹੁੰਦਾ? ਇੱਥੇ ਲਿਖਿਆ ਹੋ ਸਕਦਾ ਹੈ ਬਈ ਇਹ ਜੇ patente ਬੰਦੇ ਦਾ ਜਿੱਦਾਂ ਸਾਰੀ ਬਾਤ ਦੂਸਰੀ ਸਾਈਡ ਤੇ ਨਾਂ ਸ਼ਾਹ ਲਿਖਿਆ ਹੋਵੇਗਾ, ਇਹਦੇ ਵਿੱਚ ਲਾਜ਼ਮੀ ਹੈ ਇਹ ਅੱਖਾਂ ਦੇ ਉੱਤੇ, ਆਪਣੇ ਚਿਹਰੇ ਦੇ ਉੱਤੇ ਐਨਕਾਂ ਪਾ ਕੇ ਜਾਏ ਗੱਡੀ ਚਲਾਏ, ਉਹ ਇੱਥੇ ਲਿਖਿਆ ਹੁੰਦਾ। ਠੀਕ ਹੈ, ਇਹ ਬਾਅਦ ਚ ਪੜਾਂਗੇ।
ਸ਼ੁਰੂ ਕਰਨੇ ਆ ਹੁਣ ਕੱਲੇ ਕੱਲੇ ਨੂੰ, ਕਿਉਂਕਿ ਲਾਜ਼ਮੀ ਹੈ ਲਾ ਸਿੱਖਣਾ ਹੁੰਦਾ ਹੈ ਤੇ ਸਵਾਲ ਆਉਂਦੇ ਨੇ patente A ਮੈਂ ਕਹਿ ਰਿਹਾ ਸਾਰਿਆਂ ਨਾਲੋਂ ਛੋਟਾ ਹੈ ਇਸ ਲਿਹਾਜ਼ ਨਾਲ ਕਿਉਂਕਿ si può conseguire ਲਿਆ ਜਾ ਸਕਦਾ ਹੈ a 14 anni di età ਲੇਕਿਨ ਹਰ ਉਹਲੇ ਯੂਰਪੀਅਨ ਯੂਨੀਅਨ ਦੇ ਮਮਾਲਿਕ ਚ ਨਹੀਂ, ਇਟਲੀ ਚ ਹੋ ਸਕਦਾ ਫਰਾਂਸ ਚ ਵੀ, ਲੇਕਿਨ ਹੋ ਸਕਦਾ ਜਰਮਨ ਨਾ ਹੋਵੇ, ਸਪੇਨ ਨਾ ਹੋਵੇ, ਲੇਕਿਨ ਇਹ ਤੁਸੀਂ ਯਾਦ ਰੱਖਣਾ ਇਟਲੀ ਚ 14 ਸਾਲ ਦੀ ਉਮਰ ਤੁਸੀਂ ਆ ਐਂਡ ਲੈ ਸਕਦੇ ਹੋ। ਤੇ ਜਿਕਨ ਅਸੀਂ ਪੜਿਆ ਸੀ ਤੇ ਕੀ ਚਲਾ ਸਕਦੇ ਹੋ, ਚੀਕਲੋਮੋਟੋਰੀ ਤੇ ਕੁਆਡਰੀਚਿਕਲੀ ਲੈਜੇਰੀ ਇੱਕ ਹੀ ਗਰੁੱਪ ਹੈ ਨਾ, ਕੁਆਡਰੀਚਿਕਲੀ ਲੈਜੇਰੀ ਚੀਕਲੋਮੋਟੋਰੀ, ਕਿਉਂਕਿ ਇਹਨਾਂ ਦੀ ਜਿਹੜੀ ਮੋਟਰ ਹੈ ਥਰਮਿਕ ਹੋ ਜਾਣੀ, ਉਹ ਗਰਮ ਹੁੰਦੀ ਹੈ ਜਦੋਂ ਉਹਦਾ ਸੀਸੀ ਜਿਹੜੀ ਹੈ 50 ਤੋਂ ਜ਼ਿਆਦਾ ਨਹੀਂ ਹੈ। ਇਹ ਅੱਛਾ ਚੀਕਲੋਮੋਟੋਰੀ ਦੇ ਤੇ ਦੋ ਹੀ ਟਾਇਰ ਹੁੰਦੇ ਨੇ, ਜਿਹੜੇ ਕੁਆਡਰੀਚਿਕਲੀ ਨਾ ਉਹਨਾਂ ਦੇ 3 ਟਾਇਰ ਵੀ ਹੋ ਸਕਦੇ ਨੇ। ਯਾਦ ਜਿਕਨ ਯਾਰ ਪਾਕਿਸਤਾਨ ਰਕਸ਼ਾ ਨਹੀਂ ਹੁੰਦਾ, ਉਹ ਯਾਦ ਰੱਖ ਲਓ, ਕੁਆਡਰੀਚਿਕਲੀ ਲੈਜੇਰੀ ਰਕਸ਼ਾ ਯਾਨੀ ਉਹਦੇ 3 ਟਾਇਰ ਨੇ ਤੇ ਉਹ 50 ਸੀਸੀ ਤੋਂ ਜ਼ਿਆਦਾ ਨਹੀਂ ਜਾਂਦਾ। Quadricicli leggeri con motore elettrico di potenza non superiore a 4 kW। ਇਹ ਆਸਾਨ ਇਹੋ ਹੀ ਹੈ ਭਾਈ, ਕੁਆਡਰਚਿਕਲੀ ਲੈਜੇਰੀ ਮਜ਼ੀਦ ਕਿਹੜੇ ਜਿਨ੍ਹਾਂ ਨੂੰ ਕਹਿੰਦੇ ਨੇ ਕੁਆਦ ਯਾਰ ਜਿਹੜੇ ਮਿੱਟੀ ਤੇ ਚਲਾਏ ਦੇ ਨੇ, ਜਿਨ੍ਹਾਂ ਦੇ ਉੱਤੇ ਉਹ ਨਹੀਂ ਹੁੰਦੀ ਉਹਨਾਂ ਦੀ ਬਾਡੀ, ਭਾਈ ਕਰੋਸੇਰੀਆ ਬਾਡੀ ਇਹ ਪੈਰ ਤੋਂ ਖੁੱਲੀ ਹੋਈ ਹੈ, ਉਹ ਵੀ ਤੁਸੀਂ ਚਲਾ ਸਕਦੇ ਤੇ ਉਹਨਾਂ ਦੀ ਪਾਵਰ ਜਿਹੜੀ ਹੈ 4 ਕਿਲੋਵਾਟ ਤੇ, ਲੇਕਿਨ 6 ਕਿਲੋਵਾਟ ਤੇ ਵੀ ਚਲਾ ਸਕਦੇ ਹੋ ਜੇ ਕਰੋਸੇਰੀਆ ਕਿਊਜ਼ਾ ਯਾਨੀ ਬਾਡੀ ਪੂਰੀ ਉੱਤੇ, ਜਿਹਨੂੰ ਅਸੀਂ ਕਹਿੰਦੇ ਆ ਮੀਕਰੋ ਕਾਰ, ਛੋਟੀ ਜਿਹੀਆਂ ਗੱਡੀਆਂ, ਉਹ ਏਡੀਆਂ ਜਿਹੀਆਂ ਗੱਡੀਆਂ ਹੁੰਦੀਆਂ ਨੇ ਬਿਲਕੁਲ ਨਿੱਕੀਆਂ ਜਿਹੀਆਂ, ਉਹ ਜਿਹੜਾ ਪਤੰਤੇ ਨਹੀਂ ਨਾ ਬੰਦਾ ਕਰ ਸਕਦਾ, ਤੇ ਉਹ ਫਿਰ ਏਡੀ ਕੋ ਗੱਡੀ 4 ਟਾਇਰ ਹੀ ਹੁੰਦੇ ਨੇ ਉਹਦੇ, ਲੇਕਿਨ ਉਹ ਬਿਲਕੁਲ ਛੋਟੀ ਹੁੰਦੀ, ਉਹਨੂੰ ਆਂਦੇ ਨੇ ਮੀਕਰੋ ਕਾਰ। ਇਹਦਾ ਵੇਖਦੇ ਉੱਤੇ ਬਾਡੀ ਆ ਜਿਹੜੀ ਕੁਆਦ ਉਹਦੀ ਬਾਡੀ ਕੋਈ ਨਹੀਂ। ਅੱਛਾ ਇੱਥੇ ਇੱਕ ਹੋਰ ਚੀਜ਼ ਯਾਦ ਰੱਖਣੇ ਵਾਲੀ ਹੈ, ਕੁਆਦ ਚਲਾਉਣ ਵਾਸਤੇ ਜਿਹਦੀ ਬਾਡੀ ਨਹੀਂ, ਤੁਹਾਨੂੰ ਕੀ ਲਾਜ਼ਮੀ ਹੈ ਤੁਹਾਨੂੰ ਕਾਸਕੋ ਯਾਨੀ ਹੈਲਮਟ, ਜਦੋਂ ਕਰੋਸੇਰੀਆ ਬੰਦ ਯਾਨੀ ਉੱਤੇ ਹੈ ਫਿਰ ਕਾਸਕੋ ਦੀ ਕੋਈ ਜ਼ਰੂਰਤ, ਇਹ ਵੀ ਬਾਅਦ ਚ ਇੱਕ ਹੋਰ ਲੈਸਨ ਚ ਪੜਾਂਗੇ। ਪਤੈਂਤੇ ਆ ਉਹਨੂੰ ਫਿਰ ਆਂਦਾ ਹੈ, ਇਹ ਯਾਰ ਨੇ ਜਿਹੜੀਆਂ ਉਮਰਾਂ ਨੇ ਨਾ ਯਾਦ ਕਰਨੇ ਵਾਲੀਆਂ, ਹੈ ਤੇ ਬਿਲਕੁਲ ਆਸਾਨ ਹੈ। A1 ਜਿਹਦੀ ਕਮ ਅਜ਼ ਕਮ ਆਲਮੇਨੋ 16 anni di età ਯਾਨੀ 16 ਸਾਲ ਉਮਰ, ਤੇ ਉਹ ਕਿਹੜੀਆਂ ਗੱਡੀਆਂ ਚਲਾ ਸਕਦਾ ਹੈ, ਮੋਟੋਚਿਕਲੀ ਯਾਨੀ ਵੱਡੇ ਮੋਟਰਸਾਈਕਲ ਮੋਟੇ ਰੇਸਾਂ ਦੇ, ਕੌਣ ਉਹ senza carrozzetta ਯਸ ਕੌਣ ਵਸਾਤ ਜਾਂ ਬਗੈਰ carrozzetta ਨੂੰ ਕਹਿੰਦੇ ਨੇ ਸਾਈਡ ਕਾਰ ਨੂੰ, ਯਾਨੀ ਯਾਦ ਹੈ ਇੱਕ ਮੋਟਰਸਾਈਕਲ ਤੇ ਨਾਲ ਇੱਕ ਉਹ ਸਵਾਰੀ ਬਾਣੇ ਵਾਸਤੇ ਇੱਕ ਸਾਈਡ ਕਾਰ ਹੁੰਦੀ ਹੈ, ਲੇਕਿਨ ਜਿਨ੍ਹਾਂ ਦਾ ਸਿਰਫ 125 ਸੀ, ਇਹ ਪਾਵਰਾਂ ਨਹੀਂ ਯਾਦ ਕਰਨੀਆਂ, ਇਹ ਯਾਦ ਕਰਨੀਆਂ। ਮੋਟਰਸਾਈਕਲ ਵੱਡੇ ਬਗੈਰ ਸਾਈਡ ਕਾਰ ਤੋਂ, ਉਹਦੇ ਸਾਈਡ ਕਾਰ ਨਾਲ ਕੋਨੂੰ ਵੀ ਅੰਡਰਲਾਈਨ ਕਰ ਦਈਏ ਵਿਦਿਆਰਥ ਹੋ ਜਾਏ, ਜਿਨ੍ਹਾਂ ਦੀ 125 ਸੀਸੀ ਤੱਕ, ਤ੍ਰਿਚਿਕਲੀ ਵੀ ਚਲਾ ਸਕਦੇ ਹੋ, 3 ਟਾਇਰਾਂ ਨੇ ਉਹ ਗੱਡੀਆਂ, ਲੇਕਿਨ ਜਿਨ੍ਹਾਂ ਦੀ 15 ਕਿਲੋਵਾਟ ਤੋਂ ਜ਼ਿਆਦਾ ਨਹੀਂ। ਫਿਰ ਹੋਰ ਕੀ ਚਲਾ ਸਕਦੇ ਹੋ ਆ ਉਹਨਾਂ ਨਾਲ, ਮਾਕੀਨਾ ਅਗਰੀਕੋਲਾ ਯਾਨੀ ਐਗਰੀਕਲਚਰ ਗੱਡੀਆਂ ਜਿਹੜੀਆਂ ਐਗਰੀਕਲਚਰ 'ਚ ਇਸਤੇਮਾਲ ਹੁੰਦੀਆਂ ਨੇ, ਜਿਨ੍ਹਾਂ ਦਾ ਲੇਕਿਨ ਉਹ ਵੀ ਕਿਹੜੀਆਂ che rientrano nei limiti di sagoma e di massa prevista per i motorway। ਇਹ ਜ਼ਰਾ ਸਮਝਾਉਣ ਵਾਲੀ ਗੱਲ ਹੈ ਬਈ, rientrano ਸ਼ਾਮਲ ਹੁੰਦੇ ਨੇ ਲਿਮਿਟ 'ਚ, ਸਾਗਮ ਆਉਂਦੇ ਨੇ ਜਿੱਡੀ ਉਹ ਵੱਡੀ ਹੁੰਦੀ ਹੈ ਨਾ, ਮਤਲਬ ਇੱਕ ਮੋਟਰਸਾਈਕਲ ਏਡੀ ਵੱਡੀ, ਠੀਕ ਹੈ ਮੋਟਰਸਾਈਕਲ ਸਮਝ ਲਓ, ਜੇ ਤੁਸੀਂ ਇੱਕ ਉਹ ਚਲਾਣਾ ਨਾ ਟਰੈਕਟਰ, ਉਹ ਇਹਦੇ ਸਾਗਮਾ ਚ ਆਉਣਾ ਚਾਹੀਦਾ, ਯਾਨੀ ਜ਼ਿਆਦਾ ਤੋਂ ਜ਼ਿਆਦਾ ਏਡਾ ਵੱਡਾ ਹੋਣਾ ਚਾਹੀਦਾ। ਸਾਗਮ ਆਉਂਦੇ ਨੇ ਉਹਦਾ ਜਿਹੜੇ ਬਾਰਡਰ ਨੇ, ਤੇ ਉਹਦਾ ਵਜ਼ਨ ਵੀ ਮਾਸਾ ਜਿਹੜਾ ਵਜ਼ਨ ਉਹ ਵੀ ਮੋਟੋ ਵਹੀਕਲ ਹੀ ਚ, ਬਈ ਇਹਨਾਂ ਜਿਹੜਾ ਕੈਟੇਗਰੀ ਹੈ ਨਾ ਮੋਟੋ ਵਹੀਕਲ, ਇਹਨਾਂ ਤੋਂ ਵੱਡੀ ਨਹੀਂ ਹੋਣੀ ਚਾਹੀਦੀ ਜਿਹੜਾ ਤੁਸੀਂ ਟਰੈਕਟਰ ਚਲਾ ਰਹੇ ਹੋ। ਕਈ ਪਤਾ ਇੱਥੇ ਛੋਟੇ ਛੋਟੇ ਟਰੈਕਟਰ ਵੀ ਹੁੰਦੇ ਨੇ ਜਿਹੜੇ ਇਸਤੇਮਾਲ ਹੁੰਦੇ ਨੇ ਬਾਗਾਂ ਚ, ਉਹ ਬੰਦਾ ਚਲਾ ਸਕਦਾ, ਜਿਹੜਾ ਵੱਡਾ ਟਰੈਕਟਰ ਹੈ ਉਹ ਨਹੀਂ। ਸਿਰਫ ਤੁਸੀਂ ਇੰਜ ਅਲਫਾਜ਼ ਯਾਦ ਰੱਖਣ, ਮਾਕੀਨਾ ਅਗਰੀਕੋਲਾ ਘੇਰੀਆਂ ਇਹਨਾਂ ਨੇ ਲਿਮਿਟ ਚ ਆਉਂਦੇ ਨੇ, ਕਿਤੇ ਮੋਟਰਸਾਈਕਲਾਂ ਦੇ, ਉਹਨਾਂ ਨਾਲ ਹੀ ਇਹ ਸ਼ਾਮਲ ਹੁੰਦਾ। ਜ਼ਾਹਰੀ ਬਾਤ ਹੈ ਜੇ ਤੁਸੀਂ ਆ ਉਹਨੂੰ ਲੈ ਲਿਆ, ਫਿਰ ਤੁਸੀਂ ਕੀ ਚਲਾ ਸਕਦੇ ਹੋ, tutti i veicoli che si possono condurre con la patente A, ਯਾਨੀ ਉਹਦੀਆਂ ਸਾਰੀਆਂ ਗੱਡੀਆਂ ਜਿਹੜੀਆਂ ਚਲਾ ਸਕਦੇ। ਇਹ ਜ਼ਰੂਰੀ ਨਹੀਂ ਕਹਿਣਾ, ਲੇਕਿਨ ਫਿਰ ਵੀ ਕਹਿ ਦੇਣਾ, ਜਿਉਂ ਜਿਉਂ ਤੁਸੀਂ ਪਤੈਂਤੇ ਤੁਹਾਡਾ ਵਧਿਆ ਜਾਏਗਾ, ਜ਼ਾਹਰੀ ਬਾਤ ਹੈ ਤੁਸੀਂ ਉਹਦੇ ਤੋਂ ਜਿਹੜੀਆਂ ਪਹਿਲਾਂ ਗੱਡੀਆਂ ਆਉਂਦੀਆਂ ਨੇ ਉਹ ਸਾਰੀਆਂ ਚਲਾ ਸਕਦੇ।
फिर आ गया आ दूए, ਇਹ ਕਿੰਨੀ ਉਮਰ ਤੁਸੀਂ ਕਰ ਸਕਦੇ ਹੋ almeno 18 ਤੇ ਤੁਸੀਂ ਉਹ ਲੈ ਵੱਡੇ ਮੋਟਰਸਾਈਕਲ ਸਕਦੇ ਹੋ ਜਿਹੜੇ 125 ਤੋਂ ਜ਼ਿਆਦਾ ਹੈ ਤੇ ਲੇਕਿਨ ਉਹਨਾਂ ਦੀ ਪਾਵਰ ਜਿਹੜੀ ਹੈ 35 ਕਿਲੋਵਾਟ ਤੱਕ ਕੋਨੋ senza carrozzetta vai sidecar ਨਾਲ ਜਾਂ ਉਹਦੇ ਤੋਂ ਬਗੈਰ ਫਿਰ ਕੀ ਚਲਾ ਸਕਦੇ ਹੋ macchine agricole che rientrano nei limiti di sagoma di massa dei motoveicoli ideali ਪਯੋਲੀਆਂ ਟਰੈਕਟਰ ਛੋਟੇ ਜਿਹੜੇ ਮੋਟਰਸਾਈਕਲਾਂ ਨਾਲ ਹੀ ਸ਼ਾਮਲ ਹੋ ਬਈ ਉਹਨਾਂ ਦੇ ਆ ਰਹੀ ਹੁੰਦੇ ਨੇ ਤਕਰੀਬਨ ਤੇ ਫਿਰ ਜ਼ਾਰੀ ਬਾਤ ਹੈ ਉਹਦੀਆਂ ਗੱਡੀਆਂ ਜਿਹੜੀਆਂ ਦੂਰੇ ਚਲਾ ਸਕਦੇ ਨਾ ਪਤੈਂਟਾ ਉਹਨਾਂ ਨਾਲ ਆ ਜਾਂਦੇ ਨੇ ਇੱਥੇ ਇੱਕ ਚੀਜ਼ ਯਾਦ ਰੱਖਣੀ ਹੈ ਇੱਥੇ ਯਾਦ ਰੱਖਣਾ ਹੈ ਕਿ ਐਲ ਪਤੈਂਟੇ ਨਾਲ ਆ ਦੂਏ ਨਾਲ ਇਹ Poi anche l'analisi, anche questa patente consente ijazat detta है consente ijazat detta al titolare titolare ਨੂੰ ਆਂਦੇ ਨੇ ਜਿਹੜਾ ਮਾਲਕ di trasportare un passeggero ਇੱਕ ਪੈਸੇਂਜਰ ਨੂੰ ਇੱਕ ਸਵਾਰੀ ਤੁਸੀਂ ਲੈ ਜਾ ਸਕਦੇ ਹੋ ਲੇਕਿਨ solo ਸਿਰਫ se il posto del passeggero è previsto sulla carta di circolazione del veicolo ਯਾਨੀ ਤੁਹਾਡੇ ਕੋਲ ਪੋਸਟੋ ਜਿਹੜੀ ਉਹਦੀ ਸਵਾਰੀ ਦੀ ਪੋਸਟੋ ਦੀ ਜਗ੍ਹਾ ਜਿਹੜੀ ਹੈ ਉਹ ਵਾਜ਼ੇ ਕੀਤੀ ਜਾਂਦੀ ਹੈ ਕਿਤੇ ਕਿਸ਼ਤ ਹੋਵੇ ਯਾਨੀ ਸਾਹਮਣੇ ਦੇ ਵਿੱਚ ਗੱਡੀ 'ਚ ਲੇਕਿਨ ਉਹ ਕਾਰਤਾ ਦੀ circolazione 'ਚ ਵੀ ਲਿਖੀ ਹੈ ਕਾਰਤਾ ਦਾ circolazione ਤੁਹਾਨੂੰ ਗੱਡੀ 'ਚ ਜਦੋਂ ਬਣਾਉਂਦੇ ਨਾ ਕਾਗਜ਼ ਉੱਤੇ ਲਿਖਿਆ ਹੁੰਦਾ ਇਹ ਮੋਟਰਸਾਈਕਲ 2 ਬੰਦਿਆਂ ਵਾਸਤੇ ਬਣਿਆ ਇਹ ਮੋਟਰਸਾਈਕਲ 3 ਬੰਦਿਆਂ ਵਾਸਤੇ ਤੇ ਹਾਂ ਇਹਦੇ ਪਤੈਂਤੇ ਦੀ ਅਸੀਂ ਬਾਤ ਕਰ ਰਹੇ ਹਾਂ ਦੂਏ ਯਾਨੀ ਜੇ ਤੁਹਾਡੇ ਕੋਲ ਇਹਦਾ ਪਤੈਂਟ ਹੈ ਤੁਸੀਂ ਵੱਡਾ ਮੋਟਰਸਾਈਕਲ ਚਲਾ ਰਹੇ ਹੋ ਉਹਦੇ ਘਰ ਤੇ ਮੋਟਰਸਾਈਕਲ ਦੇ ਘਰ ਤੇ ਲਿਖਿਆ ਹੋਣਾ ਚਾਹੀਦਾ ਭਾਈ ਇੱਥੇ ਤੁਸੀਂ ਇੱਕ ਪੈਸੇਂਜਰ ਖੜ ਸਕਦੇ ਇੱਕ ਹੋਰ ਦੋ ਚੀਜ਼ਾਂ ਜ਼ਰੂਰੀ ਨੇ ਪਤੈਂਟ ਆ ਦੂਏ ਹੋਣਾ ਚਾਹੀਦਾ ਪੈਸੇਂਜਰ ਨੂੰ ਖੜਨੇ ਵਾਸਤੇ ਕਿੰਨੇ ਸਾਲ ਕਮ ਅਜ਼ ਕਮ 2 ਸਾਲ ਕਮ ਅਜ਼ ਕਮ ਬਈ ਇਹ ਗੱਡੀ ਜਿਹੜੀ ਉਹਦੇ ਘਰ ਤੇ ਹੋਣੇ ਚਾਹੀਦੇ ਨੇ ਤੇ ਫਿਰ ਜਿਹੜਾ titolare patente di categoria A due da almeno 2 anni ਕਮ ਸੇ ਕਮ ਉਹਦੇ 2 ਸਾਲ ਜੇ ਹੋ ਜਾਣ ਨਾ ਇਹਦਾ A2 ਫਿਰ ਉਹ ਕਰ ਸਕਦਾ ਹੈ patente A ਜਿਹੜਾ ਤੁਹਾਨੂੰ ਹਰ ਕੋਈ ਕਿਆ ਬਿਲੀਤਾ ਯਾਨੀ ਤੁਹਾਨੂੰ ਇਜਾਜ਼ਤ ਦਿੰਦਾ ਗੁਇਦਾ ਦੀ tutti i motocicli ਹਰ ਕੋਈ ਮੋਟਰਸਾਈਕਲ ਭਾਵੇਂ ਤੁਹਾਡੀ 24 ਤੋਂ ਘੱਟ ਹੈ ਇਹ ਬਾਅਦ ਚ ਪੜਾਂਗੇ ਲੇਕਿਨ ਫਿਲਹਾਲ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਜੇ ਅੱਛਾ ਇਹਨਾਂ ਨਾਲ ਤੇ ਕਿਉਂਕਿ ਤੁਹਾਡੀ ਉਮਰ ਘੱਟ ਹੈ ਨਾ ਆਉਨੋ ਤੇ ਆਨ ਯਾਨੀ 14 ਸਾਲ ਤੇ 16 ਸਾਲ ਤੁਸੀਂ ਪੈਸੇਂਜਰ ਨਹੀਂ ਸਾਥ ਕਰ ਸਕਦੇ ਉਹ ਇਕੱਲੇ ਚਲਾ ਸਕਦੇ ਆ ਦੂਏ ਨਾਲ ਤੁਸੀਂ ਚਲਾ ਸਕਦੇ ਹੋ ਜੇ ਕਿਉਂਕਿ ਤੁਹਾਡੀ ਉਮਰ 18 ਸਾਲ ਹੋ ਜਾਂਦੀ ਹੈ ਤੇ ਤੁਸੀਂ ਮੱਜੋਰੈਨੇ ਹੋ ਜਾਂਦੇ ਹੋ ਮੱਜੋਰੈਨੇ ਲੇਕਿਨ ਤੁਹਾਡੀ ਗੱਡੀ ਦੇ ਉੱਤੇ ਲਿਖਿਆ ਹੋਣਾ ਚਾਹੀਦਾ ਫਿਰ ਜੇ ਤੁਸੀਂ ਆ ਦੂਏ ਕਮ ਸੇ ਕਮ 2 ਸਾਲ ਹੋ ਗਏ ਨੇ ਤੁਹਾਨੂੰ ਚਲਾਉਂਦੇ ਆ ਯਾਨੀ 18 ਸਾਲ 'ਚ ਤੁਸੀਂ ਲਿਆ 20 ਸਾਲ ਉਮਰ ਹੋ ਗਈ ਫਿਰ ਤੁਸੀਂ patente A ਵੀ ਉਹਦੀਆਂ ਜਿਹੜੀਆਂ ਉਹਦੇ ਤੇ ਗੱਡੀਆਂ ਚੱਲਦੀਆਂ ਨਾ ਉਹ ਵੀ ਸਾਰੀਆਂ ਚਲਾ ਸਕਦੇ ਕਿਉਂਕਿ ਉਹਦੇ ਤੇ ਤੁਸੀਂ ਹਰ ਕੋਈ ਵੱਡਾ ਜਿੱਡਾ ਵੀ ਵੱਡਾ ਹੋਵੇ ਉਹ ਚਲਾ ਸਕਦੇ ਜਿੰਨੀ ਵੀ ਪਾਵਰ ਉਹਦਾ ਭਾਵੇਂ ਤੁਹਾਡੀ 24 ਸਾਲ ਤੋਂ ਘੱਟ ਹੈ ਪੈਸੇਂਜਰ ਖੜਨੇ ਵਾਸਤੇ ਜ਼ਰੂਰੀ ਕੀ ਹੈ ਪੈਸੇਂਜਰ ਵਾਸਤੇ ਜ਼ਰੂਰੀ ਹੈ ਵੀ ਤੁਹਾਡੀ ਉਹਦੇ ਘਰ ਤੇ circolazione ਤੇ ਲਿਖਿਆ ਹੋਵੇ ਇਹ ਆ ਗਿਆ patente A patente A ਉਦੋਂ ਕਰ ਸਕਦੇ ਹੋ ਜਦੋਂ ਤੁਸੀਂ solo e ਸਿਰਫ ਜੇ ਤੁਹਾਡੀ ਉਮਰ 24 ਸਾਲ ਉਮਰ ਯਾਨੀ ਪਿੱਛੇ ਅਸੀਂ ਪੜਿਆ ਜੇ ਤੁਸੀਂ ਆ ਦੂਏ ਕੀਤਾ ਆ ਦੂਏ 18 ਸਾਲ ਦੀ ਉਮਰ 'ਚ 20 ਸਾਲ ਦੀ ਉਮਰ 'ਚ 30 ਸਾਲ ਦੀ ਉਮਰ 'ਚ ਤੇ ਆਟੋਮੈਟਿਕ ਤੁਹਾਨੂੰ 2 ਸਾਲਾਂ ਬਾਅਦ ਆ patente ਲੱਭ ਜਾਏਗਾ ਆ patente ਯਾਨੀ ਤੁਹਾਨੂੰ ਕਹਿ ਰਿਹਾ da almeno 2 anni, almeno ਕਮ ਸੇ ਕਮ 2 ਸਾਲ ਹੋ ਗਏ ਨੇ ਆਓ ਦੂਏ ਦੇ ਉਹ conseguire ਤੁਸੀਂ ਲੈ ਸਕਦੇ ਹੋ ਆਟੋਮੈਟਿਕ ਨਹੀਂ ਹੈ ਮਤਲਬ ਆਟੋਮੈਟਿਕ ਨਹੀਂ ਯਾਨੀ ਤੁਸੀਂ ਆ ਦੂਏ 2 ਸਾਲ ਦੇ ਤੁਹਾਡੀ 18 ਸਾਲ ਉਮਰ ਹੈ ਜੇ 24 ਸਾਲ ਨਹੀਂ ਹੋਈ ਤੇ ਫਿਰ ਤੁਸੀਂ ਜੇ 2 ਸਾਲ ਹੋ ਗਏ ਨੇ ਤੁਹਾਡੇ ਕੋਲ ਆ ਦੂਏ ਫਿਰ ਤੁਸੀਂ ਆ ਕਰ ਸਕਦੇ ਹੋ ਕਿਉਂਕਿ ਆ ਵਾਸਤੇ ਜ਼ਰੂਰੀ ਹੈ 24 ਸਾਲ ਹੋਣਾ ਠੀਕ ਹੈ ਯਾਨੀ ਜਿਹਦੀ ਉਮਰ 20 ਸਾਲ ਉਮਰ ਹੈ ਉਹਨੇ ਆ ਦੂਏ ਕੀਤਾ ਉਹ 2 ਸਾਲ ਉਹਨੇ ਕੋਈ ਬਈ ਚਲਾਉਂਦਾ ਰਿਹਾ ਉਹਦੇ ਤੋਂ ਬਾਅਦ ਆ ਕਰ ਸਕਦਾ ਭਾਵੇਂ ਉਹਦੀ ਅਜੇ 24 ਸਾਲ ਉਮਰ ਨਹੀਂ ਹੋਈ ਯਾਨੀ ਉਹਦੀ 22 ਸਾਲ ਉਮਰ ਹੈ ਉਹ ਆ ਕਰ ਸਕਦਾ ਲੇਕਿਨ ਜੇ ਇੱਕ ਬੰਦੇ ਨੇ ਕੋਈ ਨਹੀਂ ਕੀਤਾ ਆ ਦੂਏ
ਉਹ ਸਿਰਫ ਔਰ ਸਿਰਫ ਜਦੋਂ ਉਹਦੀ 24 ਸਾਲ ਉਮਰ ਹੋ ਜਾਏਗੀ ਉਦੋਂ ਕਰ ਸਕਦਾ ਇੱਥੇ ਹੁਣ ਪੜ੍ਹਨੇ ਆ ਕਾਹਦੇ ਵਾਸਤੇ ਵੀ ਮੋਟਰਸਾਈਕਲੀ tricicli a motore ਤੇ tutti i veicoli ਉਹਦੀਆਂ ਸਾਰੀਆਂ ਗੱਡੀਆਂ ਜਿਹੜੀਆਂ ਚਲਾ ਸਕਦੀਆਂ ਨੇ ਆ ਉਹਨਾਂ ਨਾਲ ਆ ਦੂਏ ਨਾਲ ਆਏ ਯਾਨੀ ਇਹਦੇ ਚੋਂ ਵੱਡੇ ਮੋਟਰਸਾਈਕਲ ਆ ਜਾਂਦੇ ਇੱਕ ਇਹ ਵੀ ਹੁੰਦਾ ਹੈ 3 ਤੇ 20 ਉਨੋ ਇਹ ਕੀਤਾ ਜਾ ਸਕਦਾ ਹੈ 80 ਦੀ ਚਾਨੀ 16 ਸਾਲ ਦੀ ਉਮਰ 'ਚ ਕਾਹਦੇ ਚਲਾਣੇ ਵਾਸਤੇ alcuni ਕੁਛ ਖਾਸ ਕੋਈ ਮੋਟਰਸਾਈਕਲ ਹੁੰਦੇ ਨੇ quadricicli non leggeri ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਕੁਆਦ ਯਾਨੀ ਇਹ ਜਿਨ੍ਹਾਂ ਦਾ ਵਜ਼ਨ non superiore a 450 kg ਤੇ ਜੇ ਉਹ ਬੰਦੇ ਖੜਨ ਨੇ ਜਾਂ 600 kg se destinati al trasporto di merci ਜੇ ਉਹ ਟਰਾਂਸਪੋਰਟ ਕਰਦੀਆਂ ਨੇ merci ਸਮਾਨ ਖੈਰ ਇਹ ਵੀ ਕੋਈ ਬੰਦਾ ਨਹੀਂ ਕਰਦਾ ਜਿੱਦਾਂ ਤੁਹਾਨੂੰ ਦੱਸਾਂ ਕਿਉਂਕਿ ਇਹ ਮਹਿੰਗਾ ਹੈ ਤੇ ਫਿਰ ਬੰਦਾ 18 ਸਾਲ ਦੀ ਉਮਰ ਤੇ ਇੰਤਜ਼ਾਰ ਕਰੇ ਪੂਰਾ ਪਤਨ ਕਰ ਲੈ ਤੇ ਇਹਦੇ ਚ ਇਹ ਵੀ ਤੁਸੀਂ ਜਾਇਜ਼ ਚਲਾ ਸਕਦੇ ਹੋ quadricicli non leggeri ਤੇ ਤੁਸੀਂ quadricicli leggeri ਵੀ ਚਲਾ ਸਕਦੇ ਹੋ ਕਿਉਂਕਿ ਜੇ ਤੁਹਾਡੀ 16 ਸਾਲ ਉਮਰ ਹੈ ਆ ਐਨੇ ਵਾਲੇ ਜਿਹੜੀਆਂ ਗੱਡੀਆਂ ਚਲਾਉਣੀਆਂ ਉਹ ਵੀ ਚਲਾ ਤੇ ਐਲ ਤੇ ਬੀ ਵਾਰ ਤੁਸੀਂ ਕੀਤੇ ਹੈ 16 ਸਾਲ ਉਮਰ ਚ ਜਦ 18 ਸਾਲ ਹੋ ਜਾਂਦੀ ਤੁਸੀਂ ਕਰ ਸਕਦੇ ਹੋ patenti sostenendo solo esame di guida, yani ਸਿਰਫ esame di guida ਕਰਕੇ senza sostenere quello teorico ਬਗੈਰ ਕਰਕੇ ਕਿਹੜਾ ਥਿਊਰੀ ਹੈ ਜਿਹੜੀ ਹੁਣ ਅਸੀਂ ਪੜ੍ਹ ਰਹੇ ਕਿਉਂ ਕਿਉਂਕਿ ਉਹ ਤੁਸੀਂ ਪਹਿਲਾਂ ਹੀ ਕਰ ਚੁੱਕੇ ਹੁੰਦੇ ਹੋ patente B patente B ਆ ਗਿਆ ਜਿਹੜਾ ਤੁਸੀਂ ਪੜ੍ਹ ਰਹੇ ਹੋ ਜਦੋਂ ਇਹ ਸਿਰਫ ਔਰ ਸਿਰਫ ਜਦੋਂ ਤੁਹਾਡੀ ਉਮਰ 18 ਸਾਲ ਹੋ ਸਕਦੀ ਹੈ ਉਦੋਂ ਆ ਸਕਦੀ ਧਿਆਨ ਨਾਲ ਅਸੀਂ ਕਿਹੜੀਆਂ ਕਿਹੜੀਆਂ ਕਲਾਸ autovei yani ਗੱਡੀਆਂ yani autovetture autocaravan autocarri autocarri yani ਛੋਟੇ ਫੁਰਗੋਨ ਜਿਨ੍ਹਾਂ ਦਾ ਮਾਸਾ ਜਿਹੜਾ ਹੈ ਬਈ ਵਜ਼ਨ ਕਿੰਨਾ autorizzata ਜਿਨ੍ਹਾਂ ਨੂੰ ਇਜਾਜ਼ਤ ਲੱਗੀ ਹੈ non superiore a 3,5 tonnellate anche come trainanti ਖਿੱਚ ਰਹੇ ਨੇ un rimorchio leggero rimorchio yani ਛੋਟੀ ਟਰਾਲੀ ਖਿੱਚ ਰਹੇ ਨੇ ਜਿਹਦਾ ਮਾਤਰਾ ਹੈ 700 kg oppure un rimorchio non leggero ਜਾਂ ਇੱਕ ਟਰਾਲੀ ਜਿਹੜੀ ਨਹੀਂ ਹੈ ਯਾਨੀ pesante ਵੇ ਹੌਲੀ ਨਹੀਂ ਹੈ ਜਿਹਦਾ oltre ਕਹਿੰਦੇ ਨੇ ਜ਼ਿਆਦਾ 750 ਕਿਲੋਗ੍ਰਾਮ ਤੋਂ ਜ਼ਿਆਦਾ purché bassa ਹੋਵੇ ਇਹਦਾ ਮਤਲਬ ਹੈ ਬਸ ਕੇ la massa massima autorizzata del complesso non superi 3,5 tonnellate ਇਹ ਸਾਰੇ ਸਮਝਾਣੇ ਵਾਸਤੇ ਬਈ ਤੁਸੀਂ ਇੱਕ ਗੱਡੀ ਚਲਾ ਸਕਦੇ ਹੋ ਜਿਹਦਾ ਮੈਕਸਿਮਮ 3.5 ਟਨ ਤੋਂ ਹੈ ਭਾਵੇਂ ਤੁਸੀਂ ਟਰਾਲੀ ਖਿੱਚ ਰਹੇ ਹੋ ਟਰਾਲੀ ਤੋਂ ਬਗੈਰ ਹੋ ਭਾਵੇਂ ਉਹ ਭਾਰੀ ਟਰਾਲੀ ਹੈ ਭਾਵੇਂ ਜਿੱਕਣ ਦੀ ਵੀ ਟਰਾਲੀ ਯਾਨੀ ਤੁਹਾਡਾ ਵਜ਼ਨ ਤੇ ਟਰਾਲੀ ਦਾ ਵਜ਼ਨ ਟੋਟਲ ਕਿੰਨਾ ਹੋਣਾ ਚਾਹੀਦਾ non superiore ਉਹਦੇ ਤੋਂ ਜ਼ਿਆਦਾ ਨਹੀਂ ਕਿਤੇ ਤੋਂ 3.5 ਟਨ ਫਿਰ ਕੀ macchine agricole comprese quelle definite eccezionali ਹਰ ਕੋਈ ਮਸ਼ੀਨਰੀ ਚਲਾ ਸਕਦੀ ਜਿਹੜੀ ਐਗਰੀਕਲਚਰ 'ਚ ਹੁੰਦੀ ਹੈ eccezionali ਵੀ ਬਈ ਜਿਹੜੇ ਖਾਸ ਵੀ macchine operatrice ਵੀ ਚਲਾ ਸਕਦੇ ਜਿਹੜੀ ਸੜਕਾਂ ਤੇ ਦੂਸਰੀਆਂ ਗੱਡੀਆਂ ਕਿਸਮ ਦੇ ਯਾਨੀ ਸਕੁੰਬਰਾ ਨੇਵੇ ਜਿੱਕਣ ਹੁੰਦੀਆਂ ਨੇ ਉਹਦੀਆਂ ਗੱਡੀਆਂ ਸਕੁੰਬਰਾ ਨੇਵੇ ਕਿਹਨੂੰ ਕਹਿੰਦੇ ਨੇ ਜਿਹੜੀ ਬਰਫ਼ ਹਟਾਉਂਦੀ ਹੈ ਉਹ ਵੀ ਚਲਾ ਸਕਦੇ ਲੇਕਿਨ ਧਿਆਨ ਨਾਲ ਉਹ ਨਹੀਂ ਚਲਾ ਸਕਦੇ ਜਿਹੜੀਆਂ eccezionali ਹੋਣ ਭਾਵੇਂ ਉਹਨਾਂ ਦਾ ਮਾਸਾ ਜਿਹੜਾ 3.5 ਟਨ ਤੋਂ ਘੱਟ ਹੈ ਉਹ ਨਹੀਂ ਚਲਾ ਸਕਦੇ ਸਿਰਫ ਉਹ non eccezionali ਹੋਣੇ ਚਾਹੀਦੇ ਨੇ ਯਾਨੀ ਆਮ ਹੋਣੀਆਂ ਚਾਹੀਦੀਆਂ ਨੇ macchine operatrice ਮਸਲਨ macchina ਆਮ ਜਿਹੜੀ ਹੈ ਉਹ ਵੇ ਗੁੰਬਰਾ ਨੇ ਜਿਹੜੀ ਆਮ ਨਹੀਂ ਹੈ ਉਹਦੇ ਵਾਸਤੇ ਸਪੈਸ਼ਲ ਪਤੈਂਟ ਤੁਹਾਨੂੰ ਕਰਨਾ ਮਸਲਨ ਜਦੋਂ ਉਹ ਸੱਟਦੇ ਨੇ ਉਹਦਾ ਫਰਸ਼ ਬਣਾ ਰਹੇ ਹੁੰਦੇ ਨੇ autostrade ਦਾ ਉਹਦੇ ਵਾਸਤੇ ਤੁਹਾਨੂੰ ਸਪੈਸ਼ਲ ਪਤੈਂਟ ਚਾਹੀਦੇ ਇੱਥੇ ਯਾਦ ਰੱਖਣਾ macchina agricoli eccezionali macchine operatrici non eccezionali ਸਿਰਫ ਨਾਰਮਲ ਫਿਰ ਕੀ ਚਲਾ ਸਕਦੇ ਹੋ tricicli a motore tricicli a motore ਯਾਨੀ ਉਹਦੇ ਜਿਹਨਾਂ ਤਿੰਨ ਟਾਇਰ ਹੁੰਦੇ ਨੇ ਗੱਡੀਆਂ ਜਿਨ੍ਹਾਂ ਦਾ 15 ਕਿਲੋਵਾਟ ਤੋਂ ਪਾਵਰ ਵੀ ਜ਼ਿਆਦਾ ਲੇਕਿਨ ਸਿਰਫ ਔਰ ਸਿਰਫ
Italy च solo sul territorio nazionale forse il consente almeno 21 anni यानी कम से कम ਤੁਹਾਡੀ 21 ਸਾਲ ਉਮਰ ਤ੍ਰਿਚਿਕਲੀਆ ਮੋਟੋਰੇ ਵਾਲੇ ਵੱਡੇ ਮੋਟਰਸਾਈਕਲ ਹੁੰਦੇ ਨੇ ਜਾਂ ਵੱਡੀਆਂ ਵਾਲੀਆਂ ਗੱਡੀਆਂ ਪਰ ਗੱਡੀਆਂ ਤੇ ਨਹੀਂ ਰਕਸ਼ੇ ਟਾਈਪ ਹੁੰਦੇ ਨੇ ਜਿਨ੍ਹਾਂ ਮਸਾ ਸਮਾਨ ਇੱਧਰ ਉੱਧਰ ਖੜਨੇ ਵਾਸਤੇ ਤੇ ਉਹਨਾਂ ਦੀ ਪਾਵਰ ਬਹੁਤ ਜ਼ਿਆਦਾ ਹੁੰਦੀ ਹੈ ਤੇ ਉਹਦੇ ਵਾਸਤੇ ਤੁਹਾਨੂੰ ਕਮ ਸੇ ਕਮ 21 ਸਾਲ ਉਮਰ ਹੋਣੀ ਚਾਹੀਦੀ ਜੇ ਤੁਹਾਡੇ ਕੋਲ ਪਤੈਂਤੇ ਦੀ ਹੈ ਤੁਸੀਂ ਕੌਣ ਦੂਰ ਕਰ ਸਕਦੇ ਹੋ ਹਰ ਕੋਈ ਉਹਦਾ ਗੱਡੀ ਜਿਹੜੀ ਪਤੈਂਤੇ ਆ ਉਹਨਾਂ ਨਾਲ ਚਲਾ ਸਕੀਦੀ ਹੈ ਲੇਕਿਨ ਸਿਰਫ ਇਟਲੀ 'ਚ ਕਿਉਂਕਿ ਅਸੀਂ ਕਿਹਾ ਸੀ ਪਤੈਂਤੇ ਆ ਉਹਨੂੰ ਜਿਹੜਾ AMA ਵੀ ਉਹ ਪੂਰੇ ਯੂਰਪ 'ਚ ਨਹੀਂ ਹੁੰਦਾ ਹੋ ਸਕਦਾ ਕਿਧਰੇ ਹੋਵੇ ਜਾਂ ਹੋ ਸਕਦਾ ਕਿਧਰੇ ਨਾ ਹੋਵੇ AMA ਤੇ B1 ਇੱਕ ਇਹ ਵੀ ਚੀਜ਼ ਰਹਿ ਗਈ ਸੀ ਕਿ ਜਦੋਂ ਪਹਿਲਾ ਸਾਲ ਹੈ ਨਾ ਪਹਿਲਾ ਸਾਲ ਪਤੈਂਤੇ ਲਿਆ conseguimento ਆਂਦੇ ਨੇ ਲੈ ਲੈਣਾ ਬਈ ਤੁਸੀਂ ਲੈ ਲਿਆ patente della patente B non si possono guidare autovetture ਉਹ ਲਈ ਗੱਡੀਆਂ ਨਹੀਂ ਚਲਾ ਸਕਦੇ ਜਿਨ੍ਹਾਂ ਦਾ rapporto potenza peso ਯਾਨੀ ਪਾਵਰ ਤੇ ਉਹਨਾਂ ਦਾ ਵਜ਼ਨ ਦੇਖ ਕੇ ਉਹਨਾਂ ਦਾ 55 ਕਿਲੋਵਾਟ ਤੇ ਤੁਰਨੇ ਲਾਤੇ ਉਹ ਨਹੀਂ ਹੋਣਾ ਚਾਹੀਦਾ ਹਰ ਇਹ ਵੀ ਨਾ ਹਰ ਗੱਡੀ ਤੇ ਲਿਖਿਆ ਹੁੰਦਾ ਐਲਾ rapporto ਇਹਨੂੰ ਬੋਲਦੇ ਨੇ ਯਾਨੀ ਕਿੰਨੀ ਉਹਦੀ ਪਾਵਰ ਹੈ ਤੇ ਕਿੰਨਾ ਉਹਦਾ ਵਜ਼ਨ ਉਹਦਾ ਇੱਕ ਹਿਸਾਬ ਨੇ ਉਹਦਾ ਕਹਿੰਦੇ ਨੇ ਐਡੀ ਗੱਡੀ ਦਾ ਇੰਨੀ ਤੇ ਇਹਦੇ ਤੋਂ ਜ਼ਿਆਦਾ ਨਹੀਂ ਤੁਸੀਂ ਚਲਾ ਸਕਦੇ ਤੇ ਪਾਵਰ ਐਲ ਇਹਨੂੰ ਆਂਦੇ ਨੇ rapporto ਤੇ ਜਿਹੜੀ ਪਾਵਰ ਹੈ ਨਾ potenza assoluta ਯਾਨੀ ਟੋਟਲ ਪਾਵਰ ਉਹ oltre 70 ਕਿਲੋਵਾਟ ਤੋਂ ਜ਼ਿਆਦਾ ਜਿਹੜੀ ਹੈ ਉਹ ਵੀ ਨਹੀਂ ਚਲਾ ਸਕਦੇ ਠੀਕ ਹੈ ਪਹਿਲੇ ਸਾਲ ਵਾਸਤੇ ਆਖਰ ਜਿਕਨ ਰਹਿ ਗਿਆ ਸੀ patente B ਦਾ ਰਹਿ ਗਿਆ ਸੀ ਇੰਝ ਹੀ ਸਿੱਖਣਾ ਹੈ patente ਦੀ categoria ਦੀ ਹੈ con codice armonizzato 96 ਇਹ ਜੇ ਕੋਡ ਲਿਖਿਆ ਨਾ ਇਹ 96 ਯਾਨੀ ਤੁਸੀਂ patente B ਵੀ ਲਿਆ ਅੱਗੇ 96 ਵੀ ਲਿਖਿਆ ਇਹਦਾ ਮਤਲਬ ਹੈ ਕਿ ossia ਇੱਥੇ ਕਿੱਥੇ consente ਬਈ ਮਤਲਬ ਤੁਹਾਨੂੰ ਇਜਾਜ਼ਤ ਹੈ consente guidare veicoli autoveicoli di massa fino a 3 ਜਿਨ੍ਹਾਂ ਦਾ 3.5 ਟਨ ਤੱਕ ਵਜ਼ਨ ਹੈ trainanti un rimorchio non leggero ਤੁਸੀਂ ਇੱਕ ਖਿੱਚ ਰਹੇ ਹੋ rimorchio ਯਾਨੀ ਟਰਾਲੀ non leggero ਜਿਹਦਾ ਵਜ਼ਨ ਹੈ 775 ਕਿਲੋ ਤੋਂ ਵੀ ਜ਼ਿਆਦਾ purché la massa massima autorizzata del complesso yani ਗੱਡੀ plus ਟਰਾਲੀ non sia superiore a 4250 kg ਯਾਨੀ ਜੇ ਤੁਹਾਡਾ ਕੋਡ ਹੈ ਨਾ ਫਿਰ ਤੁਸੀਂ ਇੱਕ ਗੱਡੀ ਜਿਹਦਾ ਵਜ਼ਨ 3.8 ਟਨ ਤੱਕ ਕੇ ਵਜ਼ਨ ਉਹ ਚਲਾ ਸਕਦੇ ਹੋ ਤੇ ਇੱਕ ਟਰਾਲੀ ਖਿੱਚ ਸਕਦੇ ਹੋ ਜਿਹੜੀ 750 ਕਿਲੋ ਟੋਟਲ ਵਜ਼ਨ ਜਿਹੜਾ ਤੁਹਾਡਾ 4250 ਕਿਲੋਗ੍ਰਾਮ ਹੋਣਾ ਅੱਛਾ ਜਿਹੜਾ patente B ਵੇ ਇਹ ਇੱਕ ਹੋਰ ਕੈਟੇਗੋਰੀ ਹੈ BA ਇਹ ਤੁਹਾਨੂੰ ਇਜਾਜ਼ਤ ਦਿੰਦਾ abilita ਕਰਦਾ ਹੈ a condurre ਚਲਾਣੇ autotreni ਯਾਨੀ autoveicola ਗੱਡੀ ਜਮਾ ਰਿਮੋਟ ਟਰਾਲੀ ਇਹ ਗੱਡੀ ਦਾ ਕਿੰਨਾ ਵਜ਼ਨ ਹੋਣਾ ਚਾਹੀਦਾ ਉਹਦਾ ਮਾਸਾ ਵਜ਼ਨ massima autorizzata ਜਿਹਦੀ ਇਜਾਜ਼ਤ ਮਿਲੀ ਹੈ fino a 3500 ਕਿਲੋਗ੍ਰਾਮ ਹੋਣਾ ਚਾਹੀਦਾ ਯਾਨੀ 1000 ਕਿਲੋਗ੍ਰਾਮ ਇੱਕ ਟਨ ਹੋ ਗਿਆ 3500 ਕਿਲੋਗ੍ਰਾਮ 3.5 ਟਨ ਹੋ ਗਈ ਤੇ ਮਜ਼ੀਦ ਉਹ ਜਿਹੜੀ ਟਰਾਲੀ ਹੈ ਰਿਮੋਟ ਹੋਵੇ ਉਹਦਾ ਵਜ਼ਨ ਵੀ 3.5 ਟਨ ਤੱਕ ਹੋਣਾ ਯਾਨੀ 3500 ਕਿਲੋਗ੍ਰਾਮ ਇਹਦਾ ਮਤਲਬ ਹੈ ਤੁਹਾਡੀ ਗੱਡੀ ਦਾ ਜਮਾ ਉਹ ਟਰਾਲੀ ਜਿਹੜੀ ਖਿੱਚ ਕੇ ਮੈਕਸਿਮਮ ਉਹਨਾਂ ਦਾ ਵਜ਼ਨ 3.5 ਜਮਾ 3.5 7000 ਕਿਲੋ ਯਾਨੀ 7 ਟਨ ਜੇ ਤੁਸੀਂ ਯਾਰ patente B ਲੈ ਸਕਦੇ ਹੋ ਇਹਦੇ ਨਾਲ ਤੁਸੀਂ condurre ਚਲਾ ਸਕਦੇ ਹੋ ਉਹਨੇ ਸਾਰੀਆਂ ਗੱਡੀਆਂ ਜਿਹੜੀਆਂ patente ਦੀ ਕੈਟੇਗਰੀ ਆ AM B1 B e B ਜਿਹਦਾ ਕੋਡ 96 ਜੀ ਅੱਗੇ ਲੱਗੇ ਯਾਦ 96 ਯਾਨੀ ਉਹਦੀਆਂ ਗੱਡੀਆਂ ਜਿਹਦਾ ਦਾ 3.5 ਟਨ ਪਲੱਸ ਇੱਕ ਰਿਮੋਰਕ ਯਾਨੀ ਇੱਕ ਟਰਾਲੀ ਜਿਹਦਾ 750 ਤੋਂ ਜ਼ਿਆਦਾ ਵਜ਼ਨ ਹੈ ਉਹ ਵੀ ਚਲਾ ਸਕਦੀ ਹੈ non leggero ਯਾਨੀ ਜਿਹੜੀ ਉਹ ਭਾਰੀ ਹੈ non leggero ਉਹ ਹੌਲੀ ਨਹੀਂ ਹੈ ਤੇ ਉਹਦਾ ਤੁਸੀਂ 4250 ਕਿਲੋ ਤੱਕ
ਤੇ ਜਿਹੜਾ ਬੀ ਏ ਇਹਦਾ ਟੋਟਲ ਅਸੀਂ ਆਖਿਆ ਸੀ 3.5 ਜਮਾ 3.5 7 ਟਨ यानी 7,000 किलो तक। अच्छा हम देख लें जरा sanzioni यानी मुल्ते यानी जुर्माने। फिर ਇਹਦੇ ਇਹਦੇ ਹਿੱਸੇ ਦੇ ਚੈਪਟਰ ਚ ਵੇਖਾਂਗੇ ritiro ਦਾ ਕੀ ਮਤਲਬ ਹੁੰਦਾ ਹੈ, revisione, revoca, sospensione della patente। ਇਹ ਸਾਰੀਆਂ ਚੀਜ਼ਾਂ ਸਾਰੇ ਅਲਫਾਜ਼ ਸਿੱਖਣੇ ਵਾਲੇ ਨੇ। ਤੇ ਅੱਛਾ ਸ਼ੁਰੂ ਕਰਨੇ ਆ ritiro della patente। ritiro ਕਹਿੰਦੇ ਨੇ ਵਾਪਸ, ਯਾਨੀ ਤੁਹਾਨੂੰ ਦਿੰਦੇ ਪ੍ਰੈਕਟੀਕਲ ਐਗਜ਼ਾਮ ਪਾਸ ਕਰ ਲੈ ਤੁਹਾਨੂੰ patente ਦੇਣਗੇ, ਲੇਕਿਨ ਇਹ ਤੁਹਾਡੇ ਕੋਲੋਂ ਵਾਪਸ ਵੀ ਲੈ ਸਕਦੇ ਨੇ patente, ਨਹੀਂ ਪੂਰੀ ਜ਼ਿੰਦਗੀ ਵਾਸਤੇ ਨਹੀਂ ਹੁੰਦਾ। ਤੇ ਇਹ ritiro ਹੁੰਦਾ temporaneo, यानी कुछ देर वास्ते लेंदे ने, हमेशा हमेशा वास्ते नहीं। ritiro ਦਾ ਮਤਲਬ ਹੈ ਕੁਝ ਦੇਰ ਵਾਸਤੇ ਤੁਹਾਡਾ patente ਲੈ ਲੈਣਾ। ਕੌਣ ਲੈਂਦਾ? ਏਜੰਸੀ del traffico da parte voi, ਉਹਨਾਂ ਦੀ ਸਾਈਡ ਨੂੰ। ਕੌਣ ਕਿਹਨਾਂ ਦੀ ਸਾਈਡ ਨੂੰ? ਏਜੰਸੀ del traffico, ਯਾਨੀ ਪੁਲਿਸ ਵਾਲੇ, carabinieri ਇਹ ਲੈ ਸਕਦੇ ਨੇ। quando accertano alcune irregolarità, accertano ਦਾ ਮਤਲਬ ਹੈ ਪੱਕ ਕਰਨਾ। ਜਦੋਂ ਉਹ ਪੱਕ ਕਰਦੇ ਨੇ ਕੁਝ irregolarità ਯਾਨੀ ਖਰਾਬੀ, ਤੁਹਾਡੇ patente ਚ ਜਾਂ ਤੁਹਾਡੇ ਚਲਾਣੇ ਚ ਕੋਈ ਖਰਾਬੀ ਆਈ ਹੈ ਤੇ ਉਹ ਵੇਖ ਕੇ ਉਹ ਪੱਕਾ ਕਰਕੇ ਤੁਹਾਨੂੰ ritiro ਤੁਹਾਡਾ patente ਵਾਪਸ ਲੈ ਸਕਦੇ ਨੇ। ਜੇ ਤੁਸੀਂ patente ਵਾਪਸ ਲੈਣਾ ਹੈ ਉਹ ਤੁਹਾਨੂੰ viene restituita ਵਾਪਸ ਦਿੱਤਾ ਜਾਂਦਾ in poco tempo, ਥੋੜੇ ਟਾਈਮ ਚ। non appena vengono sanate le irregolarità commesse, non appena vai ਉਸੇ ਟਾਈਮ ਜਦੋਂ ਤੁਸੀਂ ਸਨਾਤੋ ਕਰ ਦਿੰਦੇ ਹੋ, ਪੂਰੇ ਕਰ ਦਿੰਦੇ ਹੋ, ਠੀਕ ਕਰ ਦਿੰਦੇ ਹੋ, ਉਹਦੇ irregolarità ਜਿਹੜੀਆਂ ਖਰਾਬੀਆਂ ਸਨ, ਖਿਲਾਫ ਵਰਗੀਆਂ ਤੁਸੀਂ ਕੀਤੀਆਂ ਨੇ ਕੋਈ ਕਾਨੂੰਨ ਦੀਆਂ, ਤੇ ਉਹ ਤੁਸੀਂ ਮੁਲਤਾ ਯਾਨੀ ਤੁਹਾਨੂੰ ਮੁਲਤਾ ਪੇ ਕਰ ਦਿੰਦੇ ਤੇ ਫਿਰ ਉਹ ਤੁਹਾਨੂੰ ਤੁਹਾਡਾ patente ਵਾਪਸ ਦੇ ਸਕਦੇ ਨੇ। ਹਾਂ ਇਹ ਧਿਆਨ ਰੱਖਣਾ ਵੀ ਤੁਹਾਡਾ ਸਸਪੈਂਡ ਨਾ ਕੀਤਾ ਹੋਵੇ ਜਾਂ ਰੈਵੋਕਾ ਨਾ ਹੋਵੇ। ਸਸਪੈਂਡ ritiro ਦਾ ਵਾਪਸ ਲੈਣਾ, ਸਸਪੈਂਡ ਦਾ ਮਤਲਬ ਇਹ ਜਦੋਂ ਤੁਸੀਂ ਗੱਡੀ ਚਲਾ ਰਹੇ ਹੋ ਉਦੋਂ ਕੌਣ ਸਸਪੈਂਡ, ਭਾਵੇਂ ਤੁਸੀਂ ਘਰ ਬੈਠੇ ਤੁਹਾਡਾ ਸਸਪੈਂਡ ਕਰ ਸਕਦੇ ਨੇ ਤੇ ਬਈ ਕੁਝ ਮੁੱਦਤ ਵਾਸਤੇ ਤੁਸੀਂ ਗੱਡੀ ਨਹੀਂ ਚਲਾ ਸਕਦੇ ਕਿਉਂਕਿ ਤੁਹਾਡੇ ਕੋਲ patente ਕੋਈ ਨਹੀਂ ਹੈ, ਉਹ ਵੈਲਿਡ ਹੀ ਕੋਈ ਨਹੀਂ। ਤੇ ਬਾਅਦ ਚ ਪੜਾਂਗੇ ਤੇ ਰੈਵੋਕਾ ਹੁੰਦਾ ਹਮੇਸ਼ਾ ਹਮੇਸ਼ਾ ਵਾਸਤੇ ਲੈ ਲੈਣਾ। ਹੁਣ ਦੇਖਦੇ ਹਾਂ ਉਹਦੇ ਕਿਹੜੇ ਸਿਚੁਏਸ਼ਨ ਨੇ, ਕਿਹੜੇ ਕੇਸ ਨੇ ਜਦੋਂ ਤੁਹਾਡੇ ਕੋਲੋਂ ਉਸੇ ਟਾਈਮ patente ਖੋਇਆ ਜਾਂਦਾ ਹੈ ritirato। ਇਹ ਯਾਦ ਰੱਖਣਾ ਇਹ ਖੋਇਆ ਜਾਂਦਾ durante la circolazione, ਯਾਨੀ ਜਦੋਂ ਗੱਡੀ ਚਲਾ ਰਹੇ ਹੋ ਉਦੋਂ ਤੁਹਾਡੇ ਕੋਲੋਂ ਖੋਹਦੇ ਨੇ, ਤੁਹਾਨੂੰ ਖਿਲਾਰ ਕੇ ਜੁਰਮਾਨਾ ਵੀ ਦਿੰਦੇ ਨੇ ਤੇ ਫਿਰ patente ਵੀ ਖੋਹ ਸਕਦੇ ਨੇ। ਸ਼ੁਰੂ ਕਰਨੇ ਆ ਇਹਦੇ ਸਾਰੇ ਕੇਸ ਨੇ। ਪਹਿਲਾ ਕੇਸ assetto di violazione, violazione ਕਹਿੰਦੇ ਨੇ ਖਿਲਾਫ ਵਰਜੀ che comporti le sanzioni accessorie della sospensione della patente, ਬਈ ਜਿਹਦੀ ਵਜ੍ਹਾ ਨਾਲ ਤੁਹਾਨੂੰ sanzioni ਹੁੰਦੇ ਨੇ, multa accessorie della ਵਿਚਕਾਰ ਇਹਦਾ ਇਹ ਮਤਲਬ ਹੈ ਬਈ ਕਿਹੜੇ ਕਿਹੜੇ ਉਹ ਜੁਰਮਾਨੇ ਹੁੰਦੇ ਨੇ, ਮਸਲਨ multe, perdita di punti, ਯਾਨੀ ਇੱਕ ਐਸੀ ਚੀਜ਼ ਜਿਹੜੀ ਤੁਹਾਨੂੰ ਉਹ ਕਰ ਸਕਦੇ ਨੇ, ਮੁਲਤਾ ਵੀ ਦੇ ਸਕਦੇ ਨੇ ਤੇ ਉਹ ਨਾਲ ਤੁਹਾਡਾ ਸਸਪੈਂਡ ਵੀ ਕਰਦੇ ਨੇ patente, ਯਾਨੀ ਤੁਹਾਡਾ ਸਸਪੈਂਡ ਕਰ ਦੇਣਗੇ ਤੁਸੀਂ ਨਾਲ ਮੁਲਤਾ ਵੀ ਲੈਂਦੇ ਹੋ ਫਿਰ ਤੁਹਾਡਾ ਉਸੇ ਟਾਈਮ patente ਖੋ ਲੈਣਗੇ। ਇਹ ਬਿਲਕੁਲ ਸੇਮ ਤੁਸੀਂ सीखना a seguito di violazione, ਇਹ ਇੱਕ ਐਸੀ ਖਿਲਾਫਵਰਜੀ ਕੀਤੀ ਹੈ ਕਿ comporti le sanzioni accessorie, ਜਿਹਦੀ ਵਜ੍ਹਾ ਨਾਲ ਮਜ਼ੀਦ ਮੁਲਤੇ ਆਉਂਦੇ ਨੇ। ਮੁਲਤਾ ਆਉਂਦਾ ਤੇ ਮਜ਼ੀਦ ਕੀ ਹੋ ਜਾਂਦਾ sospensione della patente, ਯਾਨੀ ਸਸਪੈਂਡ ਕਰ ਦਿੰਦੇ ਨੇ। ਇਹਦੇ ਨਾਲ ਯਾਨੀ ਸਸਪੈਂਡ ਪਲੱਸ accompagnato ਇਸ ਨਾਲ ਨਾਲ ਕੀ ਹੁੰਦਾ ਹੈ altre sanzioni ਜੈਸੇ multe, perdita di punti। Quando si accerti che il conducente guida con patente la cui validità è scaduta, ਜਦੋਂ ਉਹ ਪੱਕ ਕਰਦੇ ਨੇ, ਪੱਕ ਕਰ ਦਿੰਦੇ ਨੇ ਕਿ ਜਿਹੜਾ ਡਰਾਈਵਰ ਹੈ ਉਹ ਚਲਾ ਰਿਹਾ ਇੱਕ ਐਸੇ ਲਾਇਸੈਂਸ ਨਾਲ ਜਿਹੜਾ ਮੁੱਦਤ ਖਤਮ ਹੋਈ ਹੈ, scaduto ਹੈ, ਠੀਕ ਹੈ। quando il conducente sia alla guida in stato di ebbrezza, ਯਾਨੀ ਜਿਹੜਾ ਡਰਾਈਵਰ ਚਲਾ ਰਿਹਾ ਗੱਡੀ in stato di ebbrezza, ਨਸ਼ੇ ਚ, ਸ਼ਰਾਬ ਪੀਤੀ ਹੈ, ਕੋਈ ਨਸ਼ਾ ਕੀਤਾ ਹੈ, ਉਹਨੂੰ ਬੋਲਦੇ ਨੇ stato di ebbrezza।
se il conducente non sistema correttamente il carico mal disposto dopo invito degli organi di polizia। ਜਦੋਂ ਡਰਾਈਵਰ ਜਿਹੜਾ ਹੈ, ਅਗਰ ਇਹਦਾ ਮਤਲਬ ਹੈ ਸੇ ਜਿਹੜਾ ਡਰਾਈਵਰ ਹੈ non sistema ਬਈ ਨਹੀਂ ਸਿਸਟਮ ਸਹੀ ਉਹਨੂੰ correctly ਸਹੀ ਤਰੀਕੇ ਨਾਲ ਰੱਖਦਾ ਕਿਹਨੂੰ ਜਿਹੜਾ ਉਹਦਾ ਸਮਾਨ ਰੱਖਿਆ ਜਿਹੜਾ ਉਹਨੇ ਖਰਾਬ ਤੌਰ ਤੇ ਰੱਖਿਆ ਬਈ ਕੋਈ ਸਮਾਨ ਇੱਧਰ ਡਿੱਗਿਆ ਕੋਈ ਪਿੱਛੇ ਡਿੱਗੀ ਚੋਂ ਨਿਕਲ ਰਿਹਾ ਐਂ ਦੀਆਂ ਚੀਜ਼ਾਂ dopo invito degli organi di polizia ਯਾਨੀ ਤੁਹਾਨੂੰ ਖਿਲਾਰ ਲੈਂਦੇ ਨੇ ਤੁਹਾਡਾ ਸਮਾਨ ਡਿੱਗੀ ਚੋਂ ਨਿਕਲ ਰਿਹਾ ਉਹ ਕੋਈ ਹੋ ਸਕਦਾ ਤੁਸੀਂ ਉਹ ਵੀ ਸ਼ੀਸ਼ਿਆਂ ਚੋਂ ਵੀ ਕੱਢਦੇ ਹੋ ਤੇ ਉਹ ਤੁਹਾਨੂੰ ਇਨਵਾਈਟ ਕਰਦੇ ਨੇ ਪੁਲਿਸ ਵਾਲੇ organi di polizia ਦਾ ਮਤਲਬ ਹੈ ਪੁਲਿਸ ਵਾਲੇ ਬਈ per favore ਤੂੰ ਠੀਕ ਕਰਾ ਨਹੀਂ ਉਸੇ ਟਾਈਮ ਤੁਹਾਨੂੰ patente ਖੋ ਸਕਦੇ a seguito di incidente sono derivate lesioni a persone ਜਦੋਂ ਕੋਈ ਇੱਕ ਐਕਸੀਡੈਂਟ ਤੋਂ ਬਾਅਦ a seguito ਦੇ ਤੋਂ ਬਾਅਦ ਐਕਸੀਡੈਂਟ ਤੋਂ ਜਦੋਂ sono derivate lesioni a persone ਪਹੁੰਚੇ ਹੈ ਪਹੁੰਚੇ ਨੇ ਕੀ lesioni ਹੁੰਦੇ ਨੇ ferite ਯਾਨੀ ਜ਼ਖਮ a persone ਬੰਦਿਆਂ ਨੂੰ ਯਾਨੀ ਕੋਈ ਐਕਸੀਡੈਂਟ ਚ ਕੋਈ ਐਸਾ ਐਕਸੀਡੈਂਟ ਚ ਤੁਸੀਂ ਉਹ ਹਿੱਸੇਦਾਰ ਹੋ ਜਿਹਦੀ ਵਜ੍ਹਾ ਨਾਲ ਕਿਸੇ ਬੰਦੇ ਨੂੰ ਚੋਟ ਪਹੁੰਚੀ ਠੀਕ ਹੈ ਉੱਥੋਂ ਵੀ ਤੁਹਾਡਾ patente ritirato ਕਰ ਸਕਦੇ ਨੇ quando il conducente obbligato a sostenere un esame di revisione non vi sia sottoposto nei prescritti termini ਜਦੋਂ ਜਿਹੜਾ ਡਰਾਈਵਰ ਹੈ ਉਹਦੇ ਉੱਤੇ ਲਾਜ਼ਮ ਹੋ ਗਿਆ ਸੀ sostenere esame ਉਹ एग्जाम ਵਿੱਚ ਬਹਿਣਾ ਕਿਹੜੇ एग्जाम ਰਿਵੀਜ਼ਨ ਹੈ ਵੀ ਬਾਅਦ ਚ ਅਗਲਾ ਚੀਜ਼ ਹੈ ਇਹ ਰਿਵੀਜ਼ਨ ਆਉਂਦੇ ਨੇ ਦੁਬਾਰਾ ਚੈੱਕਅਪ ਕਰਨਾ ਤੇ ਉੱਤੇ ਲਾਜ਼ਮੀ ਹੋ ਜਾਂਦਾ ਜਦੋਂ ਤੁਹਾਡੇ ਤੇ ਆਉਂਦੇ ਨੇ ਰਿਵੀਜ਼ਨ ਦੇ ਪਤਾ ਤੇ ਦੁਬਾਰਾ ਇੱਕ ਕਿਸਮ ਦਾ ਰਿਵੀਜ਼ਨ ਹੀ ਕਰਨਾ ਬਈ ਲੇਕਿਨ ਗੱਡੀ ਦਾ ਰਿਵੀਜ਼ਨ ਹੁੰਦਾ ਇੰਜ ਬੰਦੇ ਦਾ ਬਈ ਇਹਦੇ ਚਲਾ ਵੀ ਸਕਦਾ ਹੈ ਜਾਂ ਦਿਮਾਗ ਦੀ ਸੁਰੱਖਿਆ ਠੀਕ ਹੈ ਇਹ ਜਿਸਮਾਨੀ ਤੌਰ ਤੇ ਠੀਕ ਹੈ ਤੇ ਜੇ ਤੁਸੀਂ ਇਹ ਨਾ ਕਰੋ ਬਈ ਤੁਹਾਡੇ ਤੇ ਲਾਜ਼ਮ ਹੋ ਜਾਂਦਾ ਰਿਵੀਜ਼ਨ ਕਰਨਾ ਤੇ ਤੁਸੀਂ ਨਹੀਂ sottoposto nei termini prescritti ਨਹੀਂ sottoposto ਇਹਦੇ ਥੱਲੇ ਨਹੀਂ ਦੁਬਾਰਾ ਜਾਂਦੇ sottoposto nei termini ਉਹਲੇ termini prescritti ਯਾਨੀ ਜਿਹੜਾ ਉਹਨਾਂ ਤੁਹਾਨੂੰ ਟਾਈਮ ਦਿੱਤੇ ਆ ਉਹਦੇ ਅੰਦਰ prescritti ਜਿਹੜੇ ਲਿਖੇ ਗਏ ਸਨ termini ਬਈ ਖਤਮ ਜਿਹੜੀ ਮੁੱਦਤ ਦਿੱਤੀ ਗਈ ਸੀ ਨਾ ਬਈ 3 ਮਹੀਨਿਆਂ ਦੇ ਅੰਦਰ ਤੋਂ ਰਿਵੀਜ਼ਨ ਹੈ ਆਪਣੇ patente ਦਾ ਤੁਸੀਂ ਉਸ sottoposto ਦੇ ਥੱਲੇ ਨਹੀਂ ਗਏ ਉਹਲੇ ਜਿਹੜਾ ਤੁਸੀਂ ਇਹ ਕਰਨਾ ਸੀ ਕੰਮ ਨਹੀਂ ਕੀਤਾ ਇਹ ਨਾ ਕੇਸ ਹੈ ਬਿਲਕੁਲ ਇੰਝ ਯਾਦ ਕਰਨਾ ਆਸਾਨ ਹੀ ਨੇ ਕਿਉਂਕਿ ਪਹਿਲੀ ਚੀਜ਼ ਹੈ ਜਦੋਂ ਤੁਹਾਡਾ patente ਖਤਮ ਹੋਇਆ ਖੋਲ ਲੈਣ ਦਿਓ ਇਹ ਕੀ ਬਈ ਤੂੰ ਕਿਹੜੇ patente ਨਾਲ ਚਲਾ ਜਦੋਂ ਤੂੰ ਕੋਈ ਸ਼ਰਾਬ ਪੀਤੀ ਹੋਵੇ ਕੋਈ ਨਸ਼ੇ ਚ ਜਦੋਂ ਤੁਸੀਂ ਆਪਣਾ ਸਮਾਨ ਇੱਧਰ ਕਿਉਂਕਿ ਸਾਰੀਆਂ ਚੀਜ਼ਾਂ ਜੇ ਤੁਸੀਂ ਕਰੋ ਤੇ ਦੂਸਰਿਆਂ ਬੰਦਿਆਂ ਨੂੰ ਨੁਕਸਾਨ ਪਹੁੰਚੇ ਜਦੋਂ ਨੁਕਸਾਨ ਪਹੁੰਚਾ ਵੀ ਦਿੰਦੇ ਉਦੋਂ ਵੀ ਹੋ ਸਕਦਾ ਤੇ ਫਿਰ ਜਦੋਂ ਤੁਹਾਡੇ ਉੱਤੇ ਲਾਜ਼ਮ ਹੋ ਜਾਂਦਾ ਦੁਬਾਰਾ ਕਿਸਮ ਦਾ ਤੁਸੀਂ ਉਹ रिवीजन करना वही देखना दोबारा रिवीजन दोबारा देखना विजिओन देखना ਤੇ ਫਿਰ ਜਦੋਂ ਤੁਸੀਂ ਕੋਈ ਐਸਾ ਮੁੱਦਾ ਲੈਂਦੇ ਹੋ ਜਿਹਦੀ ਵਜ੍ਹਾ ਨਾਲ ਤੁਹਾਡਾ ਸਸਪੈਂਡ ਵੀ patente ਵੀ ਹੋ ਸਕਦਾ ਤੇ ਉਦੋਂ ਵੀ ਹੋ ਸਕਦਾ revisione della patente e con può essere disposta vai con è disposto ਕਰਦਾ ਕਿਹਦੇ ਕੋਲ ਹੈ ਕਿਹੜੇ ਇਦਾਰੇ ਕੋਲ ਇਜਾਜ਼ਤ ਹੈ ਬਈ ਬੰਦਿਆਂ ਨੂੰ ਆਖੇ ਬਈ ਹੁਣ ਤੂੰ ਦੁਬਾਰਾ patente ਕਰ e ufficio motorizzazione civile motorizzazione ਵਾਲੇ ਉਹਨਾਂ ਦਾ ਆਫਿਸ ਉਹ dal prefetto ਉਹਨੂੰ ਆਂਦੇ ਨੇ ਜਿਹੜਾ ਪੁਲਿਸ ਅਫਸਰ ਹੁੰਦਾ ਉੱਥੇ ਕਸਤੂਰੇ ਚ ਬੈਠੇ ਆ ਮੇਨ ਜਿਹੜਾ ਉਹਨੂੰ ਆਂਦੇ ਨੇ prefetto ਉਹ ਇੱਕ ਗਵਰਨਮੈਂਟ ਦਾ ਹੀ ਬੰਦਾ ਹੁੰਦਾ ਲੇਕਿਨ ਉਹ ਬਈ ਕੰਟਰੋਲ ਕਰਦਾ ਹੈ ਪੁਲਿਸ ਵਾਲਿਆਂ con l'obbligo ਲਾਜ਼ਮੀ ਕਰਾਰ ਦਿੱਤਾ ਜਾਂਦਾ di sottoporsi a visita medica ਤੁਹਾਡਾ ਚੈੱਕਅਪ ਹੁੰਦਾ ਦੁਬਾਰਾ ਮੈਡੀਕਲ ਔਰ ਜਾਂ esame di idoneità tecnica ਆਉਂਦੇ ਨੇ ਟੈਕਨੀਕਲ ਬੰਦਾ ਬਈ idoneità ਉਹਦਾ ਹੈ ਵੀ ਯਾਨੀ ਉਹ ਟੈਕਨੀਕਲ ਚਲਾ ਸਕਦਾ ਗੱਡੀ ਆਦਿ ਨਹੀਂ ਬਈ ਉਹਨੂੰ ਪਤਾ ਹੈ ਵੇ ਗੇਅਰ ਕਿੰਝ ਚੇਂਜ ਕਰੀਦੇ ਨੇ ਜਾਂ ਫਿਰ ਗੱਡੀ ਕਿਹੜੀ ਸਾਈਡ ਤੇ ਰੱਖੀ ਜਾਵੇ ਇੰਝ ਦੀਆਂ ਚੀਜ਼ਾਂ ਬਿਜਲੀ ਤਾਂ ਮੈਡੀਕਲ ਤੇ ਤੁਹਾਡੇ ਬਾਰੇ ਦੇਖਦੇ ਨੇ ਅੱਖਾਂ ਸਹੀ ਨੇ ਇਹ ਜਿਹਦਾ reazioni reaction ਠੀਕ ਨੇ reaction time
ਲੇਕਿਨ ਇਦੋਨਿਤਾ ਇਹ ਵੇਖਣ ਦੇ ਵੀ ਇਹਨੂੰ ਬੰਦੇ ਨੂੰ ਟੈਕਨੀਕਲ ਪਤਾ ਵੀ ਹੈ ਵੀ ਗੱਡੀ ਕੈਂਸਲ ਚੱਲਦੀ ਕੀ ਹਿਸਾਬ ਕਿਤਾਬ ਜਿਹੜਾ driver non supera l'esame di revisione della patente o di revisione nei pass ਕਰਦਾ ਉਹਦੇ subisce ਕੀ ਹੁੰਦਾ ਉਹਦੇ ਬਾਅਦ ਉਹਨੂੰ subisce ਯਾਨੀ ਉਹਦੇ ਤੇ ਕਰਾਰ ਦਿੱਤਾ ਜਾਂਦਾ ਕਿ revoca ਯਾਨੀ ਉਹਦਾ patente ਖਤਮ ਹੋ ਜਾਂਦਾ ਉਹ ਨਹੀਂ ਕਰ ਸਕਦਾ patente ਉਹਦੇ ਕੋਲ ਹਮੇਸ਼ਾ ਵਾਸਤੇ ਖੋਲ ਲੈਂਦੇ ਨੇ ਠੀਕ ਹੈ ਕਦੋਂ ਯਾਨੀ ਰਿਵੀਜ਼ਨ ਕਦੋਂ ਤੁਹਾਨੂੰ ਉਹ disposto ਵਿੱਚ ਕਦੋਂ ਤੁਹਾਡੇ ਤੇ ਉਹ ਆਉਂਦੇ ਨੇ ਤੇਰੇ ਵਾਸਤੇ ਆਵੇ ਬਈ ਰਿਵੀਜ਼ਨ ਤੂੰ ਆਪਣੀ patente ਦਾ ਬਿਨਾ ਜਦੋਂ ਉਹਨਾਂ ਨੂੰ sorgono dubbi ਜਦੋਂ ਉਹਨਾਂ ਨੂੰ ਸ਼ੱਕ ਪੈਂਦਾ ਕਿਹੜਾ ਸ਼ੱਕ ਕਿ ਜਿਹੜਾ ਡਰਾਈਵਰ ਹੈ ਨਾ ਉਹਦੇ ਕੋਲ ਅਜੇ requisiti fisici ਹੈ ਨੇ ਬਈ ਉਹਦੇ ਕੋਲ ਪਾਸ ਹੈ ਨੇ requisiti fisici e psichici prescritti यानी फिजिकल और ਦਿਮਾਗ ਦੀ ਹਾਲਾਤ ਉਹਦੇ ਠੀਕ ਹੈ ਨੇ ਉਹ ਚਲਾ ਸਕਦਾ ਹੈ ਉਹਦੇ ਤੇ ਉਹਨਾਂ ਨੂੰ ਸ਼ੱਕ ਪੈਦਾ ਹੋ ਜਾਂਦਾ ਠੀਕ ਹੈ ਮਸਾ ਤੁਹਾਨੂੰ ਕਈ ਵਾਰੀ ਚਲਾਉਂਦੇ ਨੇ ਇੱਕ ਵਾਰੀ ਚਲਾਉਂਦੇ ਨੇ ਦੋ ਵਾਰੀ ਤੇ ਤੁਹਾਨੂੰ ਪਤਾ ਹੀ ਨਹੀਂ ਮੈਂ ਗੱਡੀ ਕਿੰਝ ਚਲਾਈ ਦੀ ਹੈ ਤੇ ਵੇਖਦੇ ਨੇ 2 ਨੰਬਰ ਉਹ ਤੇ ਨਹੀਂ ਲਿਆ patente prescritti यानी ਜਿਹੜੇ ਲਿਖੇ ਹੋਏ ਨੇ qualora ਉਦੋਂ qualora ਦਾ ਕੀ ਮਤਲਬ ਹੈ sorgono dubbi कोई शक पैदा ਹੁੰਦਾ ਹੈ ਪੈਦਾ ਹੋਣਾ sorgono che il conducente sia ancora in possesso dell'idoneità tecnica alla guida ਯਾਨੀ ਜਿਹੜਾ ਡਰਾਈਵਰ ਉਹਦੇ ਕੋਲ ਅਜੇ ਹੈ ਨੇ possesso ਦੇ ਪਾਸ ਹੈ ਨੇ idoneità tecnica ਕੋਈ ਟੈਕਨੀਕਲ ਕਹਿੰਦੇ ਨੇ ਬਈ ਠੀਕ ਹੈ ਦਿਮਾਗ ਦੇ ਹਾਲਾਤ ਇਹਦੇ ਠੀਕ ਨੇ ਫਿਜ਼ੀਕਲ ਵੀ ਬੰਦਾ ਠੀਕ ਹੈ ਲੇਕਿਨ ਇਹਨੂੰ ਇਹ ਨਹੀਂ ਪਤਾ ਬਈ ਗੱਡੀ ਜਿਹੜੀ ਹੈ ਉਹਦਾ ਗੇਅਰ ਦਾ ਕਿੰਝ ਲਾਣੇ ਨੇ ਜਾਂ ਉਹਦੀ ਬੈਟਰੀ ਖਤਮ ਹੋ ਜਾਏ ਕਿੰਝ ਚਾਰਜ ਕਰਨੀ ਜਾਂ idoneità tecnical ਚੀਜ਼ਾਂ ਯਾਨੀ ਜਿਹੜੀਆਂ ਔਜ਼ਾਰਾਂ ਨਾਲ ਕਰੀਦੀਆਂ engine insieme al falso in requisiti fisici, psichici, idoneità tecnica. A seguito di guida in stato di ebbrezza o sotto l'effetto di sostanze stupefacenti, yani stato di ebbrezza ਉਹਦੇ ਤੋਂ ਬਾਅਦ ਡਰਾਈਵਿੰਗ ਕਰ ਰਹੇ ਸੋ guida ਕਰ ਰਹੇ ਸੋ stato di ebbrezza ਨਸ਼ੇ 'ਚ o sotto l'effetto di sostanze stupefacenti ਜਾਂ ਉਹਨਾਂ ਦੇ ਇਫੈਕਟ ਦੇ ਥੱਲੇ ਕਿਹਨਾਂ ਦੇ ਇਫੈਕਟ ਦੇ ਥੱਲੇ ਨਸ਼ਿਆਂ ਦੇ droghe sostanze stupefacenti ਯਾਨੀ ਤੁਸੀਂ ਸ਼ਰਾਬ ਵੀ ਪੀਤੀ ਸੀ ਤੇ ਜਾਂ ਕੋਈ ਨਸ਼ਾ ਕੀਤਾ ਸੀ ਚਲਾ ਰਹੇ ਸੋ ਉਹ ritirato ਵੀ ਕਰ ਸਕਦੇ ਨੇ ਤੇ ਰਿਵੀਜ਼ਨ ਵੀ ਤੁਹਾਨੂੰ ਆ ਸਕਦੇ ਨੇ ਦੁਬਾਰਾ ਕਰ ਤੂੰ ਆਪਣਾ ਪਹਿਲਾਂ ਵਿਖਾ ਕਿਆ ਵੀ ਤੂੰ ਠੀਕ ਨਹੀਂ ਹੈ ਜਾਂ ਤੇਰਾ ਕੋਈ ਮਸਲਾ ਹੈ a seguito del dibattito azzeramento zero ਹੋ ਗਏ ਨੇ punti della patente i punti della patente ਖਤਮ ਹੋ ਗਏ ਫਿਰ ਵੀ ਤੁਹਾਡੇ ਕੋਲ ਉਹ ਰਿਵੀਜ਼ਨ ਕਰਨਾ ਪੈਂਦਾ ਯਾਨੀ ਦੁਬਾਰਾ ਕਰਨਾ ਪੈਂਦਾ ਡਾਕਟਰੀ ਦੁਬਾਰਾ ਕਰਨੀ ਪੈਂਦੀ ਹੈ ਐਗਜ਼ਾਮ ਦੀ teoria pratica ਸਾਰਾ ਕੁਝ ਅੱਛਾ ਹੁਣ ਵੇਖਣਾ ਅਗਰ ਜਿਹੜਾ ਡਰਾਈਵਰ ਹੈ non dovesse superare l'esame di revisione o revisione ਦਾ esame ਨਹੀਂ ਪਾਸ ਕਰਦਾ ਜਾਂ non risultasse più possedere requisiti fisici psichici ਜਾਂ ਉਹਦੇ ਕੋਲ ਫਿਜ਼ੀਕਲ ਜਾਂ psichici ਜਿਹੜੇ ਹੁੰਦੇ ਨੇ ਕੰਡੀਸ਼ਨ ਉਹਦੇ ਨਹੀਂ ਰਹੇ ਕੀ ਹੁੰਦਾ il conducente subirebbe la revoca ਉਹਦੇ ਕੋਲ ਹਮੇਸ਼ਾ ਵਾਸਤੇ revoca ਖੋਇਆ ਜਾ ਸਕਦਾ patente ਉਹ ਖੋਇਆ ਜਾ ਨਹੀਂ ਸਕਦਾ ਖੋ ਲੈਂਦੇ ਨੇ revoca ਹੋ ਜਾਂਦਾ patente ਦਾ ਯਾਨੀ patente ਤੁਹਾਡਾ ਉਹ ਖਤਮ ਕਰ ਦੇਣ ਅਨੁੱਲਾ ਕਰ ਦਿੰਦੇ revoca ਦਾ ਹੀ ਮਤਲਬ ਹੈ patente ਖਤਮ ਕਰ ਦੇਣ ਜਿਹੜਾ ਤੁਹਾਡੇ ਮਸਾ ਤੁਸੀਂ ਚਲਾ ਰਹੇ ਸੀ ਤੇ ਇੱਕ ਵਾਰੀ ਉਹ ਤੁਹਾਨੂੰ ਲੱਭੇ ਤੁਹਾਨੂੰ ਪੁਲਿਸ ਵਾਲੇ ਟੱਕਰੇ ਨੇ ਉਹਨਾਂ ਵੇਖਿਆ ਵੀ ਇਹਨੇ ਸ਼ਰਾਬ ਪੀਤੀ ਉਹਨਾਂ ਨੇ ਚੱਲ ਹੈ ਹੀ ਐਤਕੀ ਤੇਰਾ ਉਹ ਕਰ ਦਿੰਦੇ ਆ ਕੀ ਅਸੀਂ ਪੜ੍ਹਿਆ ਸੀ ਉੱਥੇ ਅਸੀਂ ਕਰ ਦਿੰਦੇ ਆ ritiro ਯਾਨੀ ਲੈ ਲੈਂਦੇ ਹਾਂ ritirato patente ਕਰ ਲੈਂਦੇ ਉਹ ਫਿਰ ਤੁਸੀਂ ਉਹ multa ਸ਼ੁਲਕ ਪੇ ਕਰਕੇ ਫਿਰ ਉਹ ਲੈ ਲੈਂਦੇ ਹੋ patente ਫਿਰ 2-3 ਮਹੀਨੇ ਬਾਅਦ ਫਿਰ ਉਹ ਲੈਂਦੇ ਫਿਰ ਆਂਦੇ ਨੇ ਚੱਲ ਪਹਿਲਾਂ ਨਾ ਤੂੰ ਰਿਵੀਜ਼ਨ ਕਰਕੇ ਆ ਤੇ ਦੁਬਾਰਾ ਵੇਖ ਕੇ ਆ ਤੇਰੇ ਦਿਮਾਗ ਦੇ ਹਾਲਾਤ ਵੀ ਠੀਕ ਨਹੀਂ ਤੂੰ ਪੀਂਦਾ ਰਹਿਣਾ ਤੇ ਗੱਡੀ ਚਲਾ ਲੈਂਦਾ ਉਹ ਫਿਰ ਤੁਹਾਨੂੰ ਤੀਸਰੀ ਵਾਰ ਫਿਰ ਪੁਲਿਸ ਵਾਲਿਆਂ ਨਾਲ ਟਕਰਾ ਹੋ ਜਾਂਦਾ ਫਿਰ ਪੁਲਿਸ ਆਂਦੀ ਹਾਂ ਬਈ ਉਹ ਫਿਰ ਤੁਸੀਂ ਪੀਤੀ
ਫਿਰ ਉਹਨਾਂ ਨੂੰ ਜੇ ਜ਼ਿਆਦਾ ਸ਼ੱਕ ਹੋਵੇ ਤੇ ਉਹਦੇ ਕੋਲ ਜਾਂਦੇ ਨੇ ਕਿਹਦੇ ਕੋਲ ਜਾਂ ufficio motorizzazione ਜਾਂ prefetto ਕੋਲ ਤੇ prefetto ਜਿਹੜਾ ਇਹ prefetto ਹੈ ਉਹ ਕੀ ਕਰਦਾ ਹੈ, ਉਹ ਤੁਹਾਨੂੰ ਲਿਖ ਕੇ ਦਿੰਦਾ ਵੀ ਯਾਰ ਬੰਦੇ ਨੇ ਜਦੋਂ ਤੱਕ ਰਿਵੀਜ਼ਨ ਨਾ ਕੀਤਾ ਇਹਦਾ ਵਾਪਸ ਨਾ ਕਰੇ ਤੇ ਐਂਡ ਤੇ ਜੇ ਤੁਸੀਂ ਉਹ ਪਾਸ ਹੀ ਨਹੀਂ ਕਰਦੇ ਜਿਹੜਾ ਰਿਵੀਜ਼ਨ ਹੈ ਤੁਹਾਡਾ ਪੇਟੈਂਟ ਭਾਵੇਂ ਤੁਸੀਂ ਉਹ 2 ਸਾਲ ਹੋ ਗਿਆ ਲਿਆ ਸੀ ਉਹ ਖਤਮ ਕਰ ਸੀ revoca ਦਾ ਮਤਲਬ ਹੈ ਜਿਵੇਂ ਪਹਿਲਾਂ ਕਹਿ ਰਿਹਾ ਸੀ annullamento permanente ਖਤਮ ਕਰ ਦੇਣਾ ਪੇਟੈਂਟ ਤੇ ਇਹ ਵੀ ਕੌਣ disposta ਬਈ ਕੌਣ ਕਿਹੜਾ ਇਦਾਰਾ ਇਹਨੂੰ ਕਰ ਸਕਦਾ disporre ਯਾਨੀ disporre ਹੁੰਦੇ ਨੇ ਰੱਖਣਾ ਯਾਨੀ ਕਿਹੜਾ ਇਹਦਾ ਇਦਾਰਾ ਜਿਹੜਾ ਅੱਗੇ ਰੱਖ ਸਕਦਾ ਹੈ revoca motorizzazione civile ਜਾਂ prefetto ਇਹ ਦੋ ਇਦਾਰੇ ਨੇ motorizzazione civile ਯਾਨੀ ਜਿੱਥੋਂ ਤੁਸੀਂ ਪੇਟੈਂਟ ਲੈਣ ਜਾਂਦੇ ਯਾਨੀ ਜਿਹੜੇ ਗੱਡੀਆਂ ਦੇ ਇਟਲੀ ਚ ਗੱਡੀਆਂ ਦੇ ਮੁਤਲਕ ਸਾਰੀਆਂ ਚੀਜ਼ਾਂ ਕਾਰਵਾਈ ਦੇਖਦੀ ਹੈ ਇਦਾਰਾ ਜਾਂ prefetto ਯਾਨੀ ਪੁਲਿਸ ਅਫਸਰ ਸਾਰਿਆਂ ਨਾਲੋਂ ਵੱਡਾ ਤੇ ਇਹ ਹਮੇਸ਼ਾ ਸਾਨੂੰ ਪਹਿਲਾਂ ਜਿਕਰ ਉੱਤੇ ਪੜਿਆ ਸੀ il titolare guida nonostante abbia la patente sospesa ਜਿਹੜਾ ਡਰਾਈਵਰ titolare ਯਾਨੀ ਜਿਹੜਾ ਉਹਦਾ ਭਰਾ ਉਹਦਾ ਮਾਲਕ ਉਹਦੇ patente ਦਾ guida ਚਲਾਉਂਦਾ ਗੱਡੀ nonostante abbia la patente sospesa ਤੇ ਇਹਦੇ ਬਾਵਜੂਦ ਕਿ ਉਹਦੀ patente ਜਿਹੜੀ ਉਹ suspend ਕੀਤਾ ਗਿਆ suspend ਯਾਨੀ ਉਹ ਕੁਛ ਦੇਰ ਵਾਸਤੇ ਬੰਦ ਕੀਤੇ ਆ ਉਹ ਫੇਰ ਵੀ ਚਲਾ ਰਹੇ ਫਿਰ ਉਹ ਕਹਿੰਦੇ ਨੇ ਅੱਛਾ ਤੂੰ ਇੰਝ ਕਰਨਾ ਬੰਦ ਹਮੇਸ਼ਾ il titolare perde permanentemente यानी permanentemente ਦਾ ਮਤਲਬ ਹੈ ਹਮੇਸ਼ਾ ਕੇ ਲਈ ਉਹਦੇ requisiti physical requisiti ਜਾਂ psichici requisiti ਖਤਮ ਹੋ ਜਾਂਦੇ ਸਮਝ ਲਓ ਯਾਨੀ ਕੋਈ ਉਹਦੇ ਦਿਮਾਗ ਨੂੰ ਏਡੀ ਵੱਡੀ ਚੋਟ ਪੈ ਗਈ ਹੈ ਉਹਦਾ ਕੰਮ ਹੀ ਨਹੀਂ ਕਰਦਾ ਦਿਮਾਗ ਜਾਂ ਉਹਦੀ ਇੱਕ ਅੱਖਾਂ ਤੋਂ ਉਹ ਰਹਿ ਗਈ ਯਾਨੀ ਇਹੋ ਜਿਹੀ ਚੀਜ਼ ਜਿਹੜੇ ਤੁਹਾਨੂੰ ਕਾਬਿਲ ਨਹੀਂ ਤੁਸੀਂ ਰਹੇ ਗੱਡੀ ਚਲਾਉਣ ਜਾਂ ਉਦੋਂ ਵੀ ਤੁਹਾਡਾ ਪੇਟੈਂਟ ਖਤਮ ਕੀਤਾ ਜਾਂਦਾ ਜਦੋਂ ਤੁਹਾਡਾ ਪੇਟੈਂਟ viene sostituita ਉਹਦੀ ਜਗ੍ਹਾ ਤੁਸੀਂ con un'altra rilasciata da uno stato estero ਉਹਦੀ ਜਗ੍ਹਾ sostituita change ਕਰਦੇ ਹੋ ਇੱਕ ਹੋਰ ਪੇਟੈਂਟ ਨਾਲ ਜਿਹੜਾ ਇੱਕ ਹੋਰ ਮੁਲਕ ਦਾ uno stato estero ਯਾਨੀ ਜੇ ਤੁਸੀਂ ਇੰਗਲੈਂਡ ਜਾਂਦੇ ਹੋ ਉੱਥੇ ਦਾ ਪੇਟੈਂਟ ਲੈ ਲੈਂਦੇ ਹੋ ਜ਼ਾਹਰੀ ਬਾਤ ਹੈ ਫਿਰ ਤੁਹਾਡਾ ਜਿਹੜਾ ਇਟਾਲੀਅਨ ਪੇਟੈਂਟ ਹੈ ਕਿਉਂਕਿ ਉਹ ਇੱਕ ਹੀ ਚੱਲ ਸਕਦਾ ਨਾ ਉਹਦਾ ਪੇਟੈਂਟ ਖਤਮ ਹੋ ਜਾਂਦਾ il titolare sottoposto ad esame di revisione non risulta idoneo alla guida e ਅਸੀਂ ਅੱਗੇ ਪੜ੍ਹਿਆ ਸੀ ਜਿਹੜਾ proprietario ਵੇ titolare ਮਾਲਕ ਉਹਦਾ ਪੇਟੈਂਟ ਦਾ ਉਹਨੂੰ revisione ਉਹਦਾ ਕੀਤਾ ਜਾਂਦਾ esame ਦਾ poi ਡਾਕਟਰੀ ਕੀਤੀ ਜਾਂਦੀ ਹੈ ਜਾਂ idoneità tecnica ਤੇ non risulta idoneo ਨਹੀਂ ਰਹਿੰਦਾ ਦੋਨੋਂ ਆਉਂਦੇ ਨੇ ਬਈ ਉਹ ਕਾਬਿਲ ਰਹਿਣਾ ਉਹ ਕਾਬਿਲ ਨਹੀਂ ਰਹਿੰਦਾ ਗੱਡੀ ਚਲਾਉਣਾ il conducente in autostrada inverte i sensi di marcia percorre la carreggiata contromano ਇਹ ਯਾਦ ਰੱਖਣ ਵਾਲਾ ਜਿਹੜਾ ਬੜੇ ਮੇਨ ਸੜਕ ਦੀ ਸਾਰਿਆਂ ਨਾਲੋਂ ਵੱਡੀ ਸੜਕ autostrada ਯਾਨੀ ਮੋਟਰਵੇ ਤੇ inverte i sensi di marcia ਵਾਪਸ ਆ ਜਾਂਦਾ ਜਿੱਥੇ ਸਾਰੇ ਸਿੱਧੇ ਜਾਂਦੇ ਨੇ ਇਹ ਜਣਾ ਵਾਪਸ ਆ ਜਾਂਦੇ ਬਈ ਇਹ ਸਿਰਫ ਜਾਣੇ ਵਾਲੇ ਸੜਕ ਇੱਥੋਂ ਅੱਗੋਂ ਕਰਕੇ ਵਾਪਸ ਆਉਂਦਾ ਜਾਂ ਫਿਰ percorre la carreggiata contromano ਜਾਂ ਫਿਰ ਜਦੋਂ ਵੜੀ ਦਾ ਨਹੀਂ autostrada ਤੇ ਬਜਾਏ ਕਿ ਸਿੱਧਾ ਜਾਣਾ ਜਿੱਥੇ ਸਾਰੇ ਜਾਣ ਦੂਸਰੀ ਸਾਈਡ ਤੋਂ ਆ ਜਾਣ ਯਾਨੀ ਉਹਨਾਂ ਦੀ contromano ਖਿਲਾਫ ਸਾਈਡ ਜਾਂਦਾ ਯਾਨੀ ਇਹ ਸਾਰੇ ਇੱਧਰ ਜਾ ਰਹੇ ਨੇ ਇੱਥੇ ਆ ਬਣਨੇ ਵਾਲੀ ਸੜਕ ਅੱਛੇ ਰਸਤੇ ਨੇ ਕੁਰਸੀ ਦੇ ਅੱਛੇ ਰਸਤੇ ਕੀ ਕਰਦੇ ਇੱਥੋਂ ਵੜਦਾ ਬਜਾ ਐਂ ਜਾ ਇਨਵਰਸੀone ਦੀ ਮਾਰਚਾ ਦਾ ਇਹ ਮਤਲਬ ਸਿੱਧਾ ਜਾ ਰਿਹਾ ਸੀ ਇੰਝ ਕਰਦਾ ਤੇ contromano ਦਾ ਇਹ ਮਤਲਬ ਬਈ ਸਿੱਧਾ ਜਾ ਰਿਹਾ ਬਈ ਐਂਟਰ ਹੋ ਰਿਹਾ ਤੇ contromano ਕਰੇ ਜਾਂਦਾ ਅੱਛਾ ਇਹ 4-5 ਕੇਸ ਨੇ ਜਿੱਥੇ ਤੁਹਾਡਾ ਪੇਟੈਂਟ ਖਤਮ ਹੋ ਸਕਦਾ ਸਾਨਾ ਜ਼ਰੂਰੀ ਯਾਦ ਰੱਖਣਾ ਹੈ ਬਈ ਤੁਸੀਂ autostrada ਚ ਉਲਟਾ ਨਹੀਂ ਕਰ ਸਕਦੇ ਉਲਟੀ ਗੱਡੀ ਨਹੀਂ ਚਲਾ ਸਕਦੇ ਫਿਰ ਦੂਸਰਾ ਤੇ ਜੇ ਤੁਹਾਨੂੰ ਕੋਈ ਫਿਜ਼ੀਕਲ ਔਰ ਨਹੀਂ ਰਹਿੰਦੇ ਰਿਕੁਆਇਰਮੈਂਟ ਜਾਂ ਨਹੀਂ ਤੁਸੀਂ ਪੂਰੀਆਂ ਕਰ ਸਕਦੇ ਫਿਰ ਵੀ ਤੁਸੀਂ ਪੇਟੈਂਟ ਸਮਝ ਲੈ ਹੀ ਨਹੀਂ ਸਕਦੇ ਜਦੋਂ ਤੁਸੀਂ ਵਈ ਰਿਵੀਜ਼ਨ ਵੀ ਨਹੀਂ ਕੀਤਾ ਫਿਰ ਵੀ ਨਹੀਂ ਜਾਂ ਤੁਸੀਂ ਇੱਕ ਹੋਰ ਨੂੰ ਤੁਰ ਜਾਂਦੇ ਫਿਰ ਵੀ ਤੁਹਾਡਾ ਹੱਥ ਕੀਤਾ ਜਾਂਦਾ ਤੇ ਜਦੋਂ ਤੁਹਾਡਾ
ਸਸਪੈਂਡ ਹੁੰਦਾ ਹੈ ਤੇ ਲੇਕਿਨ ਤੁਸੀਂ ਫੇਰ ਵੀ ਗੱਡੀ ਚਲਾਉਂਦੇ। ਸਸਪੈਂਡ ਹੁੰਦਾ ਹੈ ਅੱਛਾ ਰੀਤੀ ਰਾਰੇ ਅਸੀਂ ਆਂਦੇ ਨੇ ਲੈ ਲੈਣਾ। ਸਸਪੈਂਡ ਹੁੰਦਾ ਹੈ ਤੁਹਾਡਾ ਸਸਪੈਂਡ ਕਰਨਾ ਯਾਨੀ ਕੁਛ ਦੇਰ ਵਾਸਤੇ ਉਹ ਪਤੈਂਟ ਬੰਦ ਤੁਹਾਡੇ ਕੋਲ ਹੀ ਹੁੰਦਾ ਲੇਕਿਨ ਉਹ ਪਤੈਂਟ ਤੁਹਾਡਾ ਵੈਲਿਡ ਨਹੀਂ 15 ਦਿਨਾਂ ਵਾਸਤੇ ਵੈਲਿਡ ਨਹੀਂ ਸਾਲ ਵਾਸਤੇ ਨਹੀਂ 2 ਸਾਲ ਘਰ ਲੈਟਰ ਆਉਂਦਾ ਤੇਰਾ ਪਤੈਂਟ ਸਸਪੈਂਡ ਤੇ ਇਹ ਕੀ ਹੈ divieto di guida ਮਨਾ ਗੱਡੀ ਚਲਾਣਾ ਫਿਰ un determinato periodo di tempo ਕੁਛ ਟਾਈਮ ਵਾਸਤੇ periodo time ਕੁਛ periodo determinato ਬਈ per qualche periodo di tempo और याद रखना è una sanzione accessoria ਇੱਕ ਮਜ਼ੀਦ ਹੋਵੇ ਮੁਲਤਾ ਇੱਕ ਤੇ ਹੁੰਦਾ ਮੁਲਤਾ ਨਾਰਮਲ ਜਿਹੜਾ ਤੁਸੀਂ ਪੈਸੇ ਦੇ ਕੇ ਆਂਦੇ ਹੋ ਠੀਕ ਹੈ ਮੇਰਾ ਮੁਲਤਾ ਖਤਮ ਹੋ ਗਿਆ ਯਾਨੀ ਪਾਰਕਿੰਗ ਗਲਤ ਲਾਈ ਉੱਥੇ ਮੁਲਤਾ ਕਿ ਦਿੰਦੇ ਨੇ ਤੁਸੀਂ ਪੈਸੇ ਦੇ ਕੇ ਮੁਲਤਾ ਖਤਮ ਇੱਕ ਕਿਆ ਹੈ ਵੀ ਤੁਹਾਡਾ ਪਤੈਂਟ ਤੇ ਸਸਪੈਂਡ ਕਰ ਦਿੰਦੇ ਨੇ ਤੁਸੀਂ ਮੁਲਤਾ ਦੇ ਕੇ ਖਤਮ ਨਹੀਂ ਕਰਵਾ ਸਕਦੇ ਤੇ ਇਹਦੀ ਇਹ ਹੀ ਹੈ ਨਾ ਜਿਵੇਂ ਤੁਹਾਨੂੰ ਕਹਿ ਰਿਹਾ ਉਸ ਸਿਆਸਤ ਕੰਪਨੀ ਦੇ ਨਾਲ ਸ਼ਾਮਿਲ ਹੁੰਦੇ ਨੇ altre sanzioni ਜੈਸੇ ਕਿ multa perdita di punti patente ਯਾਨੀ ਮੁਲਤਾ ਲੈਂਦੇ ਹੋ ਮਜ਼ੀਦ ਤੁਹਾਡਾ ਸਸਪੈਂਡ ਪਤੈਂਟ ਵੀ ਕਰ ਸਕਦੇ ਤੇ ਇਹਨੂੰ ਤਾਂ ਹੀ ਬੋਲਦੇ ਨੇ sanzione accessoria ਯਾਨੀ ਇੱਕ ਸਮਝ ਲਓ ਇੱਕ ਇਜ਼ਾਫੀ accessoria ਇਜ਼ਾਫੀ ਸਜ਼ਾ ਜਦੋਂ ਤੁਸੀਂ ਖਿਲਾਫ ਵਰਜ਼ੀ ਕਰਦੇ ਹੋ violazione di alcuni articoli del codice della strada ਕੁਛ ਆਰਟੀਕਲ ਯਾਨੀ ਕੁਛ ਜਿਹੜੇ ਪੂਰੇ ਪਤੈਂਟ ਚ ਅਸੀਂ ਪੜ੍ਹਿਆ ਨੇ ਕੋ ਇਹਨੂੰ ਆਂਦੇ ਨੇ codice della strada ਯਾਨੀ ਸੜਕ ਦਾ ਕਾਨੂੰਨ ਇਹਦੇ ਤੁਸੀਂ ਖਿਲਾਫ ਵਰਜ਼ੀ ਕਰਦੇ ਹੋ ਜੈਸੇ ਕਿ ਇਹ ਵੀ ਯਾਦ ਕਰਨਾ ਜੇ ਤੁਸੀਂ ਨਏ ਪਤੈਂਟਾto ਯਾਨੀ ਨया ਪਤੈਂਟ ਲਿਆ ਤੁਸੀਂ ਚਲਾ ਰਹੇ ਹੋ ਗੱਡੀ ਬਗੈਰ ਰਿਸਪੈਕਟ ਕਰਨਾ ਯਾਨੀ ਉਹਦੇ ਅੰਦਰ ਰਹਿਣਾ ਉਹ limitazioni sui veicoli e sulle velocità ਯਾਦ ਅਸੀਂ ਪੜ੍ਹਿਆ ਸੀ ਜਿਹੜੀ ਤੁਸੀਂ ਗੱਡੀ ਚਲਾ ਸਕਦੇ ਹੋ ਉਹ ਜ਼ਿਆਦਾ ਵੱਡੀ ਨਹੀਂ ਹੋਣੀ ਚਾਹੀਦੀ ਤੇ ਜਿਹੜੀਆਂ ਸਪੀਡ ਤੇ ਤੁਸੀਂ ਆਟੋਸਟਰਾਦੇ ਜਾਂ ਸਟਰਾਦੇ ਉਰਬਾਨੇ ਤੇ ਜਾ ਸਕਦੇ ਹੋ ਉਹ ਵੀ ਤੁਹਾਡੇ ਵਾਸਤੇ ਖਤਰਾ ਕਮ ਹੈ ਜੀ ਜੇ ਤੁਸੀਂ ਉਹਦੀ ਸਪੀਡ ਤੋਂ ਜ਼ਿਆਦਾ ਜਾਓ ਤੇ ਤੁਹਾਡੇ ਕੀ ਕਰ ਸਕਦੇ ਨੇ ਸਸਪੈਂਡ ਕਰ ਸਕਦੇ ਨੇ ਕੁਝ ਦੇਰ ਬਾਅਦ se si supera oltre 40 chilometri ਯਾਨੀ 40 ਕਿਲੋਮੀਟਰ per hour ਤੁਸੀਂ ਲਿਮਿਟ ਮਾਸਿਮੋ ਜਾਂ ਆਟੋਸਟਰਾਦੇ ਦੇ 130 ਹੈ ਨਾ ਤੁਸੀਂ 40 ਮਜ਼ੀਦ 170 ਤੇ ਜਾ ਰਹੇ ਫਿਰ ਵੀ ਤੁਹਾਡੀ ਸਸਪੈਂਡ ਕਰ il conducente guida in stato di ebbrezza alcolica o sotto l'effetto di sostanze stupefacenti e ਅੱਗੇ ਵੀ ਅਸੀਂ ਵੀ ਪੜ੍ਹਿਆ ਬਈ ਅੱਛਾ ਪੁਲਿਸ ਵਾਲਾ ਕੋਈ ਕਈ ਹੁੰਦੇ ਨੇ ਬਈ ਉਹ ਮੁਲਤਾ ਦੇ ਸਕਦੇ ਨੇ ਤੇ ਜੇ ਤੁਸੀਂ ਜਾਂ ਸ਼ਰਾਬ ਪੀਤੀ ਜਾਂ ਨਸ਼ਾ ਕੀਤਾ ਤੇ ਉਹ ਸਸਪੈਂਡ ਕਰ ਸਕਦੇ ਨੇ ritirato ਕਰ ਸਕਦੇ ਨੇ ਤੇ ਫਿਰ ਜੇ prefetto ਆਖੇ ਜਾਂ motorizzazione ਤੁਸੀਂ ਦੁਬਾਰਾ patente revisione ਵੀ ਕਰਨਾ ਪੈਂਦਾ ਠੀਕ ਹੈ ਇਹ ਉਹਨਾਂ ਤੇ ਡਿਪੈਂਡ ਕਰਦਾ ਕੀ ਕਰਨਾ ਚਾਹਣ ਜੇ ਪਹਿਲੀ ਵਾਰ ਫਿਰ ਉਹ ਆਂਦੇ ਨੇ ਚੱਲ ਸਸਪੈਂਡ 15 ਦਿਨਾਂ ਵਾਸਤੇ ਗੱਡੀ ਨਾ ਜੇ ਦੂਸਰੀ ਵਾਰ ਉਹ ritirato ਕਰ ਲੈਂਦੇ ਨੇ ਤੀਸਰੀ ਵਾਰ ਉਹ ਆਂਦੇ ਨੇ ਬੱਚੋ ਦੁਬਾਰਾ ਕਰ revisione ਅੱਛਾ ਇਹ ਵੀ ਹੋ ਗਿਆ ਫਿਰ conducente rifiuta ਮਨਾ ਕਰਦਾ ਹੈ sottoporsi agli accertamenti su suo eventuale stato di ebbrezza alcolica ਯਾਨੀ ਉਹ ਮਨਾ ਕਰਦਾ ਹੈ ਉਹਨਾਂ ਨੂੰ ਪੁਲਿਸ ਵਾਲਿਆਂ ਨੂੰ accertamenti ਪੱਕਾ ਵਈ ਉਹ ਪੱਕਾ ਕਰਨਾ ਚਾਹੁੰਦੇ ਨੇ ਜੇ stato di ebbrezza ਤੁਸੀਂ ਉਹਦੇ ਚ ਨਸ਼ੇ ਤੇ ਨਹੀਂ ਨਹੀਂ ਤੁਸੀਂ ਸ਼ਰਾਬ ਪੀਤੀ ਉਹਦੇ ਚ ਨਹੀਂ ਪਤਾ ਹੈ ਕਿ ਉਹ ਟੈਸਟ ਕਰਦੇ ਨੇ ਤੁਸੀਂ ਕਹਿੰਦੇ ਨਹੀਂ ਮੈਂ ਨਹੀਂ ਕਰਨਾ ਫਿਰ ਵੀ ਤੁਹਾਡਾ ਸਸਪੈਂਡ ਕਰ ਸਕਦੇ ਜਦੋਂ ਇਹ ਉਦੋਂ ਬੰਦੇ ਕਰਦੇ ਨੇ ਜਦੋਂ ਆਂਦੇ ਨੇ ਮੈਂ ਮੁਲਤਾ ਨਹੀਂ ਲੈਣਾ ਚਾਹੁੰਦਾ ਮੇਰਾ ਸਸਪੈਂਡ ਕਰ ਦਿੱਤਾ ਤੇ ਕੁਛ ਦੇਰ ਬਾਅਦ ਬੰਦ ਕਰ ਦੋ ਲੇਕਿਨ ਮੁਲਤਾ ਨਾ ਜਾਂ ਕਿਸੇ ਨੂੰ ਪਤਾ ਨਾ ਚੱਲੇ ਬਈ ਮੈਂ ਸ਼ਰਾਬ ਪੀਤੀ ਉਹਦੀ ਵਜ੍ਹਾ ਨਾਲ ਕਰਦਾ ਜਦੋਂ ਜਿਹੜਾ ਡਰਾਈਵਰ ਹੈ fugge ਭਾਗ ਜਾਂਦਾ senza prestare soccorso alla persona investita ਭਾਈ ਇੱਕ ਬੰਦਾ ਥੱਲੇ ਆ ਗਿਆ ਤੁਹਾਡੀ ਗੱਡੀ ਦੇ ਥੱਲੇ persona investita investire ਆਂਦੇ ਨੇ ਥੱਲੇ ਦੇਣ ਤੇ ਤੁਸੀਂ ਉਹਨੂੰ prestare soccorso ਫਸਟ ਏਡ ਨਹੀਂ ਦਿੰਦੇ ਯਾਨੀ ਉਹਦੀ ਮਦਦ ਨਹੀਂ ਕਰਦੇ prestare ਦੇਣਾ soccorso ਮਦਦ ਤੇ ਉਹ ਤੁਸੀਂ ਭਾਗ ਜਾਂਦੇ ਹੋ fuggire ਕਰ ਦਿੰਦੇ ਤੇ ਫਿਰ ਵੀ ਤੁਹਾਡਾ patente ਸਸਪੈਂਡ ਹੋ ਸਕਦਾ il conducente circola abusivamente con veicolo sottoposto a sequestro ਜਿਹੜਾ ਡਰਾਈਵਰ ਹੈ ਉਹ ਚਲਾ ਰਿਹਾ abusivamente ਬਈ ਉਹਦੀ ਉਹਨੂੰ ਇਜਾਜ਼ਤ ਨਹੀਂ ਹੈ ਉਹਦੀ ਗੱਡੀ ਚਲਾਉਣੇ ਦਾ ਲੇਕਿਨ ਉਹ ਗੱਡੀ ਫਿਰ ਵੀ ਚਲਾਉਂਦੇ ਜਿਹੜੀ ਐਸੀ ਗੱਡੀ ਜਿਹੜੀ ਬੰਦ ਕੀਤੀ ਗਈ
ਮਸਲ ਉਹ ਗੱਡੀ ਖੋਹ ਲਈ ਸੀ ਉਹਨਾਂ ਪੁਲਿਸ ਵਾਲਿਆਂ ਨੇ ਆਖਿਆ ਸੀ ਇਹ ਕਰਕੇ ਆ ਚੀਜ਼ਾਂ ਮੂੰਹ ਤੇ ਦੇ ਕੇ ਆ ਫਿਰ ਤੈਨੂੰ ਗੱਡੀ ਲੱਭੇਗੀ ਲੇਕਿਨ ਤੁਸੀਂ ਉਹਦੀ ਗੱਡੀ ਜਿਹੜੀ ਉਹਨਾਂ ਤੁਹਾਡੀ ਬੰਦ ਕੀਤੀ ਸੀ ਤੁਸੀਂ ਫਿਰ ਉਹਦੇ ਤੇ ਚਲਾ ਫਿਰ ਉਹੀ ਉਹਦੀ ਗੱਡੀ ਤੇ ਚੜੇ ਤੇ ਐਂਡ ਤੇ ਉਹਨਾਂ ਦੇ ਨੇ confront ਦੀ ਉਹਨਾਂ ਦੇ ਮੁਤਲਕ ਹੈ ਵੀ ਇਹ ਗੱਲ ਹੈ ਉਹ ਜਿਹੜੇ ਬੰਦਿਆਂ ਨੇ ਫਾਲਸੋ yani 2 number ਜਾਂ contraffatto che मतलब è 2 number document relativo all'assicurazione del veicolo yani ਉਹਦੇ ਜਿਹੜੇ ਉਹ ਇੰਸ਼ੋਰੈਂਸ ਉਹ ਨਕਲੀ ਹੈ ਉਹਦੇ ਡਾਕੂਮੈਂਟ ਹੀ ਨਕਲੀ ਨੇ ਉਹਦੇ ਨਾਲ ਉਹ ਗੱਡੀ ਚਲਾ ਰਿਹਾ ਫਿਰ ਵੀ ਸਸਪੈਂਡ ਕਰ ਸਕਦੇ ਨੇ patente ਤੁਹਾਡੀ oppure IAFER quando si circola in autostrada sulla corsia di emergenza in casi non previsti dal codice della strada ਜਾਂ ਫਿਰ ਜਦੋਂ ਤੁਸੀਂ ਗੱਡੀ ਚਲਾਉਂਦੇ autostrada ਵੱਡੀ ਸੜਕ ਤੇ ਮੋਟਰਵੇ ਤੇ ਕਿਹੜੀ ਕੁਰਸੀ ਹੈ ਤੇ ਕੁਰਸੀ ਦੀ emergenza ਉਹ ਲਈ ਸਹੂਲਤਾਂ ਚ ਜਿਹੜੀਆਂ codice della strada ਚ ਨਹੀਂ ਹੈ ਯਾਨੀ ਤੁਹਾਨੂੰ ਕੋਈ emergency ਨਹੀਂ ਸੀ ਕੋਈ ਅਵਾਰੀਆ ਨਹੀਂ ਸੀ ਕੋਈ malessere ਨਹੀਂ ਸੀ ਤੇ ਫਿਰ ਵੀ ਤੁਸੀਂ ਉੱਥੇ ਗੱਡੀ ਚਲਾ ਰਹੇ ਸੀ ਕੁਰਸੀ ਦੀ emergency ਫਿਰ ਵੀ ਸਸਪੈਂਡ ਕਰ ਸੀ ਅੱਛਾ ਦੇਖਦੇ ਆ ਬਈ punteggio della patente patente ਦੇ ਸ਼ੁਰੂ ਚ ਕਿੰਨੇ ਹੁੰਦੇ ਨੇ 20 ਪੁਆਇੰਟ ਤੇ ਜਦੋਂ ਵੀ ਤੁਸੀਂ ਕੋਈ ਇਹੋ ਜਿਹੀਆਂ ਚੀਜ਼ਾਂ ਦੀ ਖਿਲਾਫਵਰਜੀ ਕਰਦੇ ਹੋ ਨਾ codice della strada ਜਿਹੜੇ ਅਨਪੜ੍ਹ ਨੇ ਤੁਹਾਡੇ diminuisce ਯਾਨੀ ਘਟਾ ਸਕਦੇ ਨੇ quando si commettono ਜਦੋਂ ਕੀਤੇ ਜਾਂਦੇ ਨੇ quando si commettono ਖਾਸ infrazioni a ਖਿਲਾਫਵਰਜੀ del codice della strada ਤੇ ਜ਼ਾਹਰੀ ਬਾਤ ਜਦੋਂ ਤੁਹਾਡੇ 20 ਪੁਆਇੰਟ ਖਤਮ ਹੋ ਜਾਣ ਤੁਸੀਂ ਕੀ ਕਰਨਾ ਹੈ ਰਿਵੀਜ਼ਨ ਦੁਬਾਰਾ ਕਰਨਾ patente ਉਹਦਾ ਤੇ ਇੱਕ ਗੱਲ ਹੈ ਜੇ ਤੁਸੀਂ ਕੋਈ ਐਕਸੀਡੈਂਟ ਨਾ ਕਰੋ ਕੋਈ ਬਈ ਖਿਲਾਫਵਰਜੀ ਨਾ ਕਰੋ ਤੇ ਤੁਸੀਂ ਪੌਂਥੀ ਜਿਹੜੇ ਨੇ ਉਹ ਵਧਾ ਵੀ ਸਕਦੇ ਹੋ ਠੀਕ ਹੈ ਤੇ ਜਿਹੜੇ ਪੌਂਥੀ ਨੇ ਹਰ ਸਾਲ ਮੈਨੂੰ ਲੱਗਦਾ 2 ਵੱਧਦੇ ਨੇ ਇੱਥੇ ਹੁਣ ਪੜ੍ਹਨੇ ਆ ਤੇ ਉਹਦੇ ਜੇ ਤੁਸੀਂ ਇੱਕ ਕੋਰਸ ਵੀ ਕਰੋ ਉਹ ਸਪੈਸ਼ਲ ਕੋਰਸ ਹੁੰਦੇ ਨੇ ਤੇ ਉਹ ਐਗਜ਼ਾਮ ਵੀ ਪਾਸ ਕਰੋ ਤੇ ਇਜਾਜ਼ਤ ਦਿੰਦੇ patente A or B di recuperare 6 punti ਰਿਕਵਰ ਕਰ ਸਕਦੇ ਹੋ ਮਾਕਸਿਮਮ 20 ਪੁਆਇੰਟ ਯਾਨੀ ਤੁਹਾਡੇ patente ਕੱਟੀ ਗਏ ਨੇ patente ਦੇ ਉਹ ਪੁਆਇੰਟ ਕੱਟੀ ਗਏ ਨੇ ਤੁਸੀਂ 2 ਤੇ ਆ ਗਏ ਤੁਸੀਂ ਇਹਦੇ ਬਜਾਏ ਕਿ ਮੈਂ ਦੁਬਾਰਾ ਕਰਾਂ ਇੱਕ ਛੋਟਾ ਜਿਹਾ ਕੋਰਸ ਕਰਨਾ ਉਹ ਕਰਾਉਂਦੇ ਨੇ ਸਕੂਲ ਵਾਲੇ ਕਈ ਇਹ ਗੁਇਦਾ ਵਾਲੇ ਤੇ ਉਹਦੇ ਨਾਲ ਮੇਰੇ 6 ਪੁਆਇੰਟ ਫਿਰ 8 ਪੁਆਇੰਟ ਤੇ ਆ ਜਾਓਗੇ ਤੇ ਜੇ ਤੁਸੀਂ ਅਗਰ 2 ਸਾਲ ਵਾਸਤੇ per 2 anni non commette infrazione ਕੋਈ ਤੁਸੀਂ ਖਿਲਾਫਵਰਜੀ ਨਹੀਂ ਕਰਦੇ violazione ਜਾਂ infrazione ਖਿਲਾਫਵਰਜੀ ਨਹੀਂ ਕਰਦੇ ਜਿਨ੍ਹਾਂ ਨਾਲ comportano perdite ਜਿਨ੍ਹਾਂ ਨਾਲ ਪੁਆਇੰਟਸ ਯਾਨੀ ਤੁਹਾਡੇ ਕੱਟੀ ਜਾਂਦੇ ਨੇ ਯਾਨੀ ਤੁਸੀਂ ਇੰਝ ਦੀ ਕੋਈ ਕੰਮ ਨਹੀਂ ਕਰਦੇ ਜਿਹਦੇ ਨਾਲ ਤੁਹਾਡੀ ਪੁਆਇੰਟ ਘਟਦੇ ਨੇ ਜਿਹੜਾ ਡਰਾਈਵਰ ਹੈ ਜਿਹਦੇ 20 ਪੁਆਇੰਟ ਤੋਂ ਘੱਟ ਨੇ che abbia meno cut di 20 punti rientra in possesso di tutti i 20 punti ਯਾਨੀ 2 ਸਾਲ ਬਾਅਦ ਲਗਾਤਾਰ ਤੁਸੀਂ ਕੋਈ ਐਂ ਦਾ ਕੰਮ ਨਹੀਂ ਕਰਦੇ ਜਿਹਦੇ ਨਾਲ ਤੁਹਾਡੇ punti ਘਟਦੇ ਨੇ ਤੁਹਾਡੇ ਆਟੋਮੈਟਿਕ punti ਵੀ ਪੂਰੇ ਹੋ ਜਾਣ il conducente che abbia 20 punti o più di 20 punti riceve altri 2 punti ogni 2 anni massimo 30 punti यानी जे ਤੁਸੀਂ ਹਰ 2 ਸਾਲ ਕੋਈ ਐਕਸੀਡੈਂਟ ਨਹੀਂ ਕਰਦੇ ਕੋਈ ਸੋਰੀ ਐਕਸੀਡੈਂਟ ਨਹੀਂ ਕੋਈ ਖਿਲਾਫਵਰਜੀ ਕਾਨੂੰਨ ਦੀ ਨਹੀਂ ਕਰਦੇ ਜਿਹਦੇ ਨਾਲ ਤੁਹਾਡੇ punti ਘਟਾਏ ਜਾਂਦੇ ਨੇ ਤੇ ਫਿਰ ਤੁਹਾਡਾ ਹਰ ਸਾਲ 2 punti ਵਧਾਉਂਦੇ ਨੇ altri 2 punti ogni anno ਹਰ ਸਾਲ ਹਰ 2 ਸਾਲ ਜਿਹੜਾ ਨਵਾਂ ਡਰਾਈਵਰ conducente ne ho patentato che abbia 20 punti o più di 20 ਜਾਂ 20 ਜਾਂ 20 ਤੋਂ ਜ਼ਿਆਦਾ che non commette infrazioni ਜਿਹੜਾ ਨਹੀਂ ਕਰਦਾ infrazione ਖਿਲਾਫਵਰਜੀ che comportano perdita di punti ne riceve uno ogni anno ਉਹ ਜਿਹੜਾ ਨया ਜਿਹਨੇ ਨया patente ਲੈਂਦਾ ਉਹ ਹਰ ਸਾਲ ਇੱਕ ਲੈਂਦਾ ਤੁਸੀਂ ਹਰ ਸਾਲ ਇੱਕ ਹੀ ਲੈਂਦੇ ਹੋ ਲੇਕਿਨ ਉਹ ਜਿਹੜਾ ਉਹ ਮਾਸਿਮੋ 3 punti ਲੈ ਸਕਦਾ ਯਾਨੀ 18 ਸਾਲ ਤੋਂ 19 ਸਾਲ ਤੇ ਆਇਆ ਇੱਕ ਲੈ 20 ਸਾਲ ਤੇ ਇੱਕ 21 ਸਾਲ ਤੇ ਇੱਕ ਤੇ ਇਹਦੇ ਨਾਲ ਮਜ਼ੀਦ sommati anche i 2 punti bonus attribuiti ਬਈ ਇਹਦੇ ਨਾਲ ਮਜ਼ੀਦ ਉਹ 2 punti ਵੀ ਆਉਣੇ ਨੇ ਜਿਹੜੇ ਹਰ ਸਾਲ ਲੱਗਦੇ ਯਾਨੀ ਉਹ 5 ਸਾਲ ਲੈ 2 ਸਾਲਾਂ ਬਾਅਦ 2 ਨਹੀਂ 3 ਸਾਲਾਂ ਬਾਅਦ 5 ਪੁਆਇੰਟ ਲੈ ਸਕਦੇ ਠੀਕ ਹੈ ਤੁਸੀਂ 4 ਹੀ ਹੋ 5
ਇਹ ਇੰਨੀ ਜ਼ਰੂਰੀ ਨਹੀਂ ਹੈ ਕਿ ਸਿਰਫ ਤੁਹਾਨੂੰ ਇਹ ਯਾਦ ਰਵੇ ਕਿ ਜਿਹੜੇ ਤੁਹਾਡੇ ਪੂੰਤੀ ਨੇ ਨਾ ਉਹ ਕੱਟਦੇ ਨੇ ਤੇ codice della strada ਜਦੋਂ ਤੁਸੀਂ ਖਿਲਾਫਵਰਜੀ ਕਰਦੇ ਇਹਨੂੰ ਘਟਨੇ ਨੂੰ ਕਹਿੰਦੇ ਨੇ decurtazione dei punti ਤੇ ਜੇ ਤੁਸੀਂ ਇਹ ਵੀ ਯਾਦ ਰੱਖਣਾ ਹੈ, ਜਿਹੜੇ ਪਹਿਲੇ 3 ਸਾਲਾਂ 'ਚ ਨਾ ਤੁਹਾਨੂੰ ਡਬਲ ਪੁਆਇੰਟ ਕੱਟੇ ਜਾਂਦੇ, ਠੀਕ ਹੈ? ਕਦੋਂ-ਕਦੋਂ ਪੁਆਇੰਟ ਕੱਟੇ ਜਾਂਦੇ ਆ, ਮਸਲਨ ਥੋੜ੍ਹੇ ਜਿਹੇ ਕੇਸ ਵੇਖਦੇ ਹਾਂ supero dei limiti di velocità oltre 10 chilometri ਜਿਹੜਾ ਤੁਸੀਂ ਲਿਮਿਟ ਹੈ ਨਾ velocità ਸਪੀਡ ਦਾ ਉਹ 10 ਕਿਲੋਮੀਟਰ ਤੁਸੀਂ ਉਹਦੇ ਉੱਤੇ ਜਾ ਰਹੇ ਯਾਨੀ ਤੁਸੀਂ ਉੱਥੇ 90 ਦੀ ਹੈ ਤੁਸੀਂ 100 ਤੇ ਜਾ ਰਹੇ manovra mancato rispetto di alcune norme relative alla manovra di sorpasso ਯਾਨੀ mancato ਉਹ ਕਮ ਸਨ rispetto ਉਹਨਾਂ ਦੇ ਰਿਸਪੈਕਟ ਉਹ ਤੁਸੀਂ ਸਾਰੇ ਕਾਨੂੰਨਾਂ ਦੀ ਰਿਸਪੈਕਟ ਨਹੀਂ ਕੀਤੀ ਜਿਹੜੇ ਕਿਹਦੇ ਮੁਤਲਕ ਨੇ ਉਹਦੇ ਮੁਤਲਕ ਮਨੋਵਰਾ ਹਲਚਲ ਜਾਂ ਕਾਰਵਾਈ ਸੁਰਪਾਸੋ ਯਾਨੀ ਤੁਸੀਂ ਸੁਰਪਾਸੋ ਨਹੀਂ ਸੀ ਸਹੀ ਕਰ ਰਹੇ distanza di sicurezza ਨਹੀਂ ਸੀ ਰੱਖਿਆ ਉਹ ਨਹੀਂ ਉਹ ਅਗਲੇ ਬੰਦੇ ਨੂੰ ਸਹੀ ਨਹੀਂ ਸੀ ਦੱਸਿਆ ਵੀ ਮੈਂ ਤੈਨੂੰ ਓਵਰਟੇਕਿੰਗ ਯਾਨੀ ਤੁਸੀਂ ਇਸ਼ਾਰੇ ਨਹੀਂ ਸੀ ਲਾਏ ਤੇ ਐਕਸੀਡੈਂਟ ਹੋ ਜਾਂਦਾ ਫਿਰ ਵੀ ਤੁਹਾਡੇ ਫੋਨ ਦੀ ਕਰ ਸਕਦੇ uso del telefono cellulare ਟੈਲੀਫੋਨ ਇਸਤੇਮਾਲ ਕਰਨਾ ਬਗੈਰ ਉਹਦੇ ਤੇ auricolari ਯਾਨੀ ਉਹ cuffie ਤੋਂ ਉਹ viva voce ਜਾਂ open voice durante la guida ਜਦੋਂ ਤੁਸੀਂ ਬਗੈਰ ਕਾਸਕੋ ਤੋਂ ਚਲਾਉਂਦੇ ਬਗੈਰ ਕਿਤੇ ਤੋਂ ਹੈਲਮਟ ਤੋਂ ਜੇ ਤੁਹਾਨੂੰ ਅਗਰ ਗੱਡੀ ਤੇ ਉਹ ਚਲਾਉਣਾ ਪਾਉਣਾ ਪੈਂਦਾ ਜਾਂ con casco male allacciato ਸਹੀ ਤਰੀਕੇ ਨਾਲ ਤੁਸੀਂ ਬੰਨਿਆ ਨਹੀਂ ਸੀ male allacciato mancato rispetto della distanza di sicurezza ਨਹੀਂ ਸੀ ਰੱਖਿਆ ਜਿਹਦੀ ਵਜ੍ਹਾ ਨਾਲ ਇੱਕ ਐਕਸੀਡੈਂਟ ਹੋਇਆ ਸੀ ਜਾਂ derivato incidente mancato utilizzo improprio delle luci durante la guida yani ਸਹੀ ਇਸਤੇਮਾਲ ਨਹੀਂ ਕੀਤਾ ਕਿਹਦਾ luci ਦਾ improprio ਸਹੀ ਨਹੀਂ ਵਹ ਖਰਾਬ il trasporto in sovraccarico yani sopraccarico ਤੁਸੀਂ ਜ਼ਿਆਦਾ ਵਜ਼ਨ ਖੜ ਰਹੇ ਸੋ ਜਾਂ soprannumero ਜ਼ਿਆਦਾ ਬੰਦੇ ਖੜ ਰਹੇ ਸੋ più persone ਫਿਰ ਵੀ ਤੁਹਾਡਾ ਕੀ ਹੋ ਜਾਂਦਾ punti ਘਟਦੇ ਨੇ omesso uso di lenti durante la guida se prescritto è याद रखना omesso uso यानी नहीं ਤੁਸੀਂ इस्तेमाल करते lenti यानी ऐनका durante la guida ਦੀ ਗੱਡੀ ਚਲਾਉਣ ਦੇ ਦੌਰਾਨ se prescritte ਅਗਰ ਤੁਹਾਨੂੰ ਲਿਖੇ ਗਏ ਨੇ ਤੁਹਾਡੇ ਪਤੇ circolare sulla corsia di emergenza in autostrada ਜਦੋਂ emergency ਕੁਰਸੀਆਂ ਤੇ ਚਲਾਉਂਦੇ ਉਹ ਲਈ ਕੇਸਾਂ ਤੋਂ ਬਾਅਦ ਜਿਹੜੇ ਦੋ ਹੀ ਤੇ ਕੇਸ ਨੇ ਜਦੋਂ ਤੁਸੀਂ ਚਲਾ ਸਕਦੇ ਹੋ malessere ਜਾਂ avaria veicolo guidare sotto l'effetto di sostanze stupefacenti ਫਿਰ ਬਾਰ-ਬਾਰ ਵੀ ਜਦੋਂ ਤੁਸੀਂ ਕੋਈ ਨਸ਼ਾ ਕੀਤਾ ਤੇ ਫਿਰ ਤੁਹਾਡੇ punti ਵੀ ਘਟਦੇ ਨੇ ਹੁਣ ਐਂਡ ਦੀ ਚੀਜ਼ ਬਈ patente ਕਿੰਨਾ ਵੈਲਿਡ ਹੁੰਦਾ ਹੈ ਉਹ ਜੇ 10 ਸਾਲ ਉਹਦੇ ਨਾਰਮਲ ਹੁੰਦਾ ਹੈ se rilasciata ਅਗਰ ਦਿੱਤਾ ਜਾਂਦਾ ਹੈ ਜਾਂ ਉਹ conferm ਕੀਤਾ ਜਾਂਦਾ ਹੈ a chi non ha superato i 50 anni ਯਾਨੀ ਜਿਹਦੀ 50 ਸਾਲ ਤੋਂ ਜ਼ਿਆਦਾ ਨਹੀਂ ਨਾ ਉਮਰ ਉਹਦੇ ਵਾਸਤੇ ਹਰ 10 ਸਾਲ ਬਾਅਦ patente ਉਹ renew ਕਰ ਸਕਦੇ rilasciare ਪਹਿਲੀ ਵਾਰ ਦੇਣਾ rilasciare ਜਾਂ confirm ਕਰਨਾ 5 ਸਾਲ हर 5 साल उन्हें वही वो जाके उत्थों दोबारा बनवाना है ਉਹ ਜੇ ਖਤਮ ਹੋ ਜਾਂਦਾ ਹੈ ਜੇ 50 ਤੋਂ 70 ਸਾਲ 3 ਆਨੇ ਜੇ 70 ਤੋਂ 80 ਤੇ 2 ਆਨੇ ਜੇ 80 ਤੋਂ ਜ਼ਿਆਦਾ ਠੀਕ ਹੈ ਐਂਡ ਵਾਲੀ ਚੀਜ਼ ਜਿਹੜੇ ਬੰਦੇ ਸਪੈਸ਼ਲ ਹੁੰਦੇ ਨੇ patenti disabili ਉਹਨਾਂ ਵਾਸਤੇ patente ਵੀ ਸਪੈਸ਼ਲ ਉਹ patente BS ਯਾਨੀ B speciale ਇਹਨਾਂ ਤੁਸੀਂ ਖਾਸ ਧਿਆਨ ਰੱਖਣਾ ਇਹ ਕਿਉਂਕਿ ਬੰਦੇ ਜ਼ਰਾ ਮਜ਼ਦੂਰ ਨੇ ਜ਼ਾਰੀ ਬਾਤ ਗੱਡੀ ਚਲਾਉਣ ਜ਼ਰਾ ਮੁਸ਼ਕਲਾਤ ਨੇ ਚਲਾਣੇ 'ਚ ਤੇ ਇਹਨਾਂ ਦਾ ਵੈਲਿਡਿਟੀ ਜਿਹੜਾ ਹੁੰਦਾ ਉਹ 5 ਸਾਲਾਂ ਵਾਸਤੇ ਨੇ ਠੀਕ ਹੈ ਜੇ 70 ਸਾਲ ਤੋਂ ਘੱਟ ਨੇ ਲੇਕਿਨ ਪਰ ਇੰਨੇ ਯਾਦ ਨਹੀਂ ਰੱਖਣਾ ਤੇ ਐਂਡ ਤੇ ਚੀਜ਼ ਜਿਹੜੀ ਦਾਤਾ ਦੀ ਸਕਾਦੈਂਸ ਯਾਨੀ ਦੀ ਮੁੱਦਤ ਹੁੰਦੀ ਹੈ ਤਰੀ viene allineata ਉਹਦੇ ਸਾਥ ਜੋੜਿਆ ਜਾਂਦਾ fatta coincidere con la data di compleanno del titolare ਇਹ ਤੁਹਾਡੀ ਜਿਹੜੀ ਤਰੀਕ ਪੈਦਾਇਸ਼ ਹੈ ਉਹਦੇ ਮਸਲਨ ਜੇ ਤੁਸੀਂ ਤੁਹਾਡੀ ਤਰੀਕ ਪੈਦਾਇਸ਼ ਪਹਿਲੀ ਜਨਵਰੀ 2000 ਤੇ ਤੁਸੀਂ patente ਲਿਆ 18 ਸਾਲ ਦੀ ਉਮਰ 2018 ਚ ਉਹ 10 ਸਾਲ ਬਾਅਦ ਖਤਮ ਹੋਏਗਾ 2028 ਚ ਕਿਹੜੀ ਤਰੀਕ ਨੂੰ ਪਹਿਲੀ ਜਨਵਰੀ 2008 ਬਸ ਐ ਹੋ ਗਿਆ ਠੀਕ ਹੈ